ਆਨ ਦਿਨ ਜਾਗੀ ਦਾਰੂ ਸਚੈ ਸੁਭਾ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਮਾਲਕ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਨਾਵੇਂ ਪਾਤਸ਼ਾਹ ਨੇ ਜੋ ਆਪਣੇ ਪਾਵਨ ਪਵਿੱਤਰ ਸਥਾਨਾਂ ਦੀਆਂ ਹਾਜ਼ਰੀਆਂ ਦਰਸ਼ਨ ਦੀਦਾਰੇ ਸਾਨੂੰ ਬਖਸ਼ੇ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਪਾਠ ਕੀਰਤਨ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸਰਵਣ ਕੀਤੀ ਹੈ। ਪਾਠ ਕੀਰਤਨ ਰੂਪ ਦੇ ਵਿੱਚ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਹਿਬਾਂ ਦੀ ਪਵਿੱਤਰ ਗੁਰਬਾਣੀ ਕਥਾ ਵਿਚਾਰ ਵਿੱਚ ਹਾਜ਼ਰੀ ਭਰੀਏ। ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਸੁਰਤੀ ਬਿਰਤੀ ਜੋੜੋ, ਇਕਾਗਰਤਾ ਬਖਸ਼ੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅੰਗ 110 ਦੇ ਉੱਤੇ ਅੱਜ ਦਾ ਸ਼ਬਦ ਸੁਭਾਏਮਾਨ ਹੈ। ਮਾਝ ਮਹੱਲਾ ਤੀਜਾ। ਮਾਝ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਰਮ ਪਵਿੱਤਰ ਉਚਾਰਨ ਕੀਤੀ ਹੋਈ ਗੁਰਬਾਣੀ ਉਪਦੇਸ਼ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਰਹੀ ਹੈ। 8 ਪਦਿਆਂ ਵਾਲੇ ਸ਼ਬਦਾਂ ਦੇ ਵਿੱਚੋਂ ਇਹ ਤੀਸਰਾ ਸ਼ਬਦ ਮਹਾਰਾਜ ਸਾਹਿਬ ਜੀ ਦਾ ਮਾਝ ਰਾਗ ਅੰਦਰ ਹੈ। ਦੂਜਾ ਗੁਰੂ ਅਮਰਦਾਸ ਜੀ ਦਾ ਕੁੱਲ ਤੀਸਰਾ ਸ਼ਬਦ 8 ਪਦਿਆਂ ਵਾਲਾ। ਗੋਂਦਵਾਲ ਸਾਹਿਬ ਵੀ ਸਤਿਗੁਰੂ ਸੁਭਾਏਮਾਨ ਸਨ। ਪਰਮੇਸ਼ਰ ਦੀ ਮਹਿਮਾ ਤੇ ਗੁਰਮੁਖਾਂ ਦੀ ਵਡਿਆਈ ਕਹਿੰਦੇ ਹਨ ਮਹਾਰਾਜ ਮੇਰਾ ਪ੍ਰਭ ਨਿਰਮਲ। ਸਤਿਗੁਰੂ ਕਹਿੰਦੇ ਗੁਰਸਿੱਖੋ ਜੋ ਮੇਰਾ ਪ੍ਰਭੂ ਹੈ ਨਾ ਸਮਰੱਥ ਵਾਹਿਗੁਰੂ, ਉਹ ਵਾਹਿਗੁਰੂ ਨਿਰਮਲ ਸਰੂਪ ਹੈ। ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਮਾਇਆ ਆਦਿਕ ਦੀ, ਕੋਈ ਈਰਖਾ ਦਵੈਸ਼ ਦੀ, ਵਿਕਾਰਾਂ ਦੀ ਮੈਲ ਨਹੀਂ ਹੈ। ਨਿਰਮਲਨ ਸ਼ੁੱਧ ਸਰੂਪ ਹੈ ਪਰਮੇਸ਼ਰ ਅਤੇ ਅਗਮ ਅਪਾਰਾ। ਅਗਮ ਮਨ ਦੀ ਗਮਤਾ ਤੋਂ ਪਰੇ ਹੈ। ਜੋ ਆਪ ਸ਼ੁੱਧ ਸਰੂਪ ਨਿਰਮਲ ਸਰੂਪ ਹੈ ਤਾਂ ਉਹਨੂੰ ਅਸ਼ੁੱਧ ਮਨ ਕਰਕੇ ਜਾਂ ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਨਹੀਂ ਪ੍ਰਾਪਤ ਹੋ ਸਕੀਦਾ। ਉਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਰਮਲ ਕਰ ਦੇਣ ਜਿਸ ਮਨ ਨੂੰ, ਜਿਸ ਜੀਵ ਨੂੰ। ਉਹ ਨਿਰਮਲ ਹੋਏ ਹਿਰਦੇ ਦੇ ਵਿੱਚ ਹੀ ਵਾਹਿਗੁਰੂ ਜੀ ਆ ਕੇ ਵਸਦੇ ਨੇ, ਪ੍ਰਗਟ ਹੁੰਦੇ ਨੇ। ਵਾਹਿਗੁਰੂ ਕਿਉਂਕਿ ਨਿਰਮਲ ਹੈ, ਪਰਮੇਸ਼ਰ ਵੀ ਨਿਰਮਲ ਹੋਏ ਜੀਵ ਨੂੰ ਹੀ ਆਪਣੇ 'ਚ ਮਿਲਾਉਂਦਾ, ਅਭੇਦ ਕਰਦਾ ਹੈ। ਜੇ ਮਾਲਕ ਆਪ ਨਿਰਮਲ ਹੈ ਨਾ, ਜੇ ਇੰਨੀ ਵੀ ਗੱਲ ਗੁਰੂ ਸਾਹਿਬ ਸਾਨੂੰ ਦੱਸ ਦਿੰਦੇ ਆ ਵੀ ਵਾਹਿਗੁਰੂ ਨਿਰਮਲ ਹੈ, ਇਹ ਕੇਵਲ ਜਾਣਕਾਰੀ ਇਹ ਨਹੀਂ ਰੱਖਣੀ ਵੀ ਪਰਮੇਸ਼ਰ ਸ਼ੁੱਧ ਸਰੂਪ ਹੈ। ਨਾਲ ਹੀ ਇਹ ਇਸ਼ਾਰਾ ਹੈ ਵੀ ਜੇ ਉਹਨੂੰ ਮਿਲਣਾ ਤੇ ਉਹਦੇ ਵਰਗਾ ਹੀ ਬਣਨਾ ਪਊਗਾ। ਉਹ ਨਿਰਮਲ ਹੈ ਤੇ ਤੈਨੂੰ ਵੀ ਜੀਵ ਨਿਰਮਲ ਬਣਨਾ ਪਵੇਗਾ। ਵਿਕਾਰਾਂ ਦੀ ਮੈਲ, ਈਰਖਾ ਦੀ, ਮਾਇਆ ਦੀ, ਇਹ ਸਭ ਦੂਰ ਕਰਨੀ ਪਵੇਗੀ ਗੁਰੂ ਸਾਹਿਬ ਦੇ ਦੁਆਰਾ। ਗੁਰੂ ਮਹਾਰਾਜ ਸਮਰੱਥ ਨੇ, ਉਹ ਜੁਗਤੀ ਦੇ ਨਾਲ ਸਿੱਖ ਦੀ ਕਲਿਆਣ ਕਰ ਦਿੰਦੇ ਆ। ਤੇ ਧੰਨ ਗੁਰੂ ਅਮਰਦਾਸ ਸਾਹਿਬ ਦੱਸਦੇ ਵੀ ਮੇਰਾ ਵਾਹਿਗੁਰੂ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਅਪਹੁੰਚ ਹੈ, ਜਾਂ ਅਗਮ ਖੌਫ ਤੋਂ ਰਹਿਤ ਵੀ ਕਹਿ ਦਿੰਦੇ ਨੇ ਵੀ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਹੈ। ਅਪਾਰਾ
ਬੇਅੰਤ ਹੈ, ਪਾਰਾਵਾਰ ਤੋਂ ਰਹਿਤ ਸਰੂਪ ਹੈ। ਉਸ ਵਾਹਿਗੁਰੂ ਦਾ ਕੋਈ ਉਰਾਰ ਪਾਰ ਨਹੀਂ ਪਾ ਸਕਦਾ, ਬੇਅੰਤ ਸਰੂਪ ਹੈ, ਅੰਤ ਹੀ ਕੋਈ ਨਹੀਂ ਮਾਲਕ ਦੇ ਸਰੂਪ ਦਾ। ਬੇਨ ਤਕੜੀ ਤੁਲੈ ਸੰਸਾਰ। ਫਿਰ ਵਾਹਿਗੁਰੂ ਕਿੱਡਾ ਸਮਰੱਥ ਹੈ ਵੀ ਬਿਨਾਂ ਕੋਈ ਪ੍ਰਤੱਖ ਤਕੜੀ ਤਰਾਜੂ ਕੰਡਾ ਲਏ ਤੋਂ ਬਗੈਰ ਸਾਰੇ ਸੰਸਾਰ ਨੂੰ ਤੋਲ ਰਿਹਾ ਹੈ। ਭਾਵ ਕਿ ਸਾਰਿਆਂ ਨੂੰ ਜਾਣਦਾ ਹੈ ਪਰਮੇਸ਼ਰ ਬਿਨਾਂ ਤਕੜੀ ਤੋਂ ਹੀ। ਜਿਵੇਂ ਤਕੜੀ ਦੇ ਵਿੱਚ ਇੱਕ ਪਾਸੇ ਵੱਟਾ ਰੱਖ ਕੇ ਦੂਜੇ ਪਾਸੇ ਕੋਈ ਵਸਤੂ ਤੋਲੀ ਜਾਂਦੀ ਹੈ ਨਾ ਵੀ ਇਹ ਭਾਰੀ ਹੈ ਜਾਂ ਹੌਲੀ ਹੈ, ਉਹ ਵਾਹਿਗੁਰੂ ਇਹੋ ਜੀ ਤਕੜੀ ਤੋਂ ਬਗੈਰ ਹੀ ਵੇਖ ਰਿਹਾ ਵੀ ਇਹ ਜੀਵ ਤੁੱਛ ਹੌਲੇ ਨੇ ਜਾਂ ਭਾਰੇ ਹਨ ਗੰਭੀਰਤਾ ਵਾਲੇ। ਉਹ ਬਿਨਾਂ ਤਕੜੀ ਤੋਂ ਹੀ ਸਾਡੇ ਚੰਗੇ ਮੰਦੇ ਸਭ ਕਰਮਾਂ ਨੂੰ ਤੋਲ ਰਿਹਾ, ਵੇਖ ਰਿਹਾ ਹੈ। ਕੋਈ ਵੀ ਪਰਮੇਸ਼ਰ ਕੋਲੋਂ ਸਾਡਾ ਕਰਮ ਸਾਧਨ ਸਾਧ ਸੰਗਤ ਦੀ ਲੋਕਸ਼ਿਪ ਨਹੀਂ ਰਿਹਾ। ਉਹ ਤਕੜੀ 'ਚ ਪਾਏ ਤੋਂ ਬਗੈਰ ਹੀ ਵੇਖੀ ਜਾ ਰਿਹਾ ਵੀ ਇਹਨੇ ਕੀ ਪਾਪ ਕੀਤਾ, ਇਹਨੇ ਪੁੰਨ ਕੀਤਾ, ਇਹਨੇ ਨਾਮ ਜਪਿਆ, ਇਹਨੇ ਕਲੇਸ਼ ਖੜੇ ਕੀਤੇ। ਬਿਨਾਂ ਤਕੜੀ ਤੋਂ ਬਿਨਾਂ ਉਹ ਵਾਹਿਗੁਰੂ ਕਿਸੇ ਤਰ੍ਹਾਂ ਦੇ ਵੱਡੇ ਪਾਏ ਤੋਂ ਜੀਵਾਂ ਦੇ ਜੀਵਨ ਨੂੰ ਪਰਖੀ ਜਾ ਰਿਹਾ ਹੈ ਵੀ ਕੌਣ ਕਿੰਨਾ ਕੈਸੇ ਜੀਵਨ ਵਾਲਾ। ਜਿਵੇਂ ਆਪਣੀ ਆਮ ਬੋਲੀ ਹੈ ਨਾ, ਕਹਿ ਦਿੰਦੇ ਵੀ ਕੌਣ ਕਿੰਨੇ ਕੁ ਪਾਣੀ 'ਚ ਹੈ, ਇਹ ਪਤਾ ਲੱਗ ਹੀ ਜਾਂਦਾ। ਪਰਮੇਸ਼ਰ ਵੇਖ ਲੈਂਦਾ ਹੈ ਬਿਨਾਂ ਤਕੜੀ ਤੋਂ ਤੋਲ ਕੇ ਵੀ ਕਿਹਦਾ ਜੀਵਨ ਨਹੀਂ ਠੀਕ ਹੈ, ਆਚਰਣ ਚੰਗਾ ਹੈ ਤੇ ਕਿਹੜਾ ਬਕਾਰੀ ਜੀਵਨ ਦੇ ਸਹਿਜ ਜਿਉ ਰਿਹਾ ਹੈ। ਕਿਉਂਕਿ ਆਪਣੇ ਆਪ ਨੂੰ ਚੰਗੇ ਤੇ ਸਾਰੇ ਹੀ ਕਹਾਉਂਦੇ ਆ, ਪਰ ਅਸਲ 'ਚ ਚੰਗਾ ਹੈ ਕੌਣ? ਇਹ ਵਾਹਿਗੁਰੂ ਬਿਨਾਂ ਤਕੜੀ ਤੋਂ ਹੀ ਵੇਖ ਰਿਹਾ, ਅੰਤਰਜਾਮੀ ਹੈ। ਸਾਡੇ ਚੰਗੇ ਮੰਦੇ ਕਰਮ ਉਹ ਵਾਹਿਗੁਰੂ ਤੋਂ ਕੋਈ ਲੁਕੇ ਛਿਪੇ ਨਹੀਂ ਹਨ। ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹੋ ਜਿਹਾ ਨਾਲੋਂ ਨਾਲ ਉਹਦਾ ਹਿਸਾਬ ਕਿਤਾਬ ਲੇਖਾ ਕਰੀ ਜਾਂਦਾ। ਇਹ ਬਿਨਾਂ ਤਕੜੀ ਤੋਂ ਤੋਲ ਰਿਹਾ ਸਭ ਕੁਝ। ਗੁਰਮੁਖ ਹੋਵੇ ਸੋਈ ਬੂਝੈ। ਜਿਹੜਾ ਗੁਰਮੁਖ ਬਣਦਾ, ਮੁਖੀ ਗੁਰੂ ਦੀ ਸ਼ਰਨ ਆਉਂਦਾ, ਉਹੀ ਇਸ ਗੱਲ ਨੂੰ ਬੁੱਝਦਾ ਸਮਝਦਾ ਹੈ। ਉਹੀ ਇਸ ਗੱਲ ਨੂੰ ਜਾਣਦਾ ਹੈ ਵੀ ਪਰਮੇਸ਼ਰ ਨਾਲੋਂ ਨਾਲ ਸਭ ਦੇ ਲੇਖ ਪੁਗਾਈ ਜਾਂਦਾ। ਜਿਹੋ ਜਿਹਾ ਵੀ ਬੀਜ ਬੀਜਦੇ ਉਹ ਫਲ ਖਵਾਈ ਜਾਂਦਾ ਹੈ। ਇਸ ਕਰਕੇ ਚੰਗਾ ਹੀ ਬੀਜੀਏ ਭਾਈ, ਮਾਲਕ ਨੇ ਉਹੀ ਖਵਾਉਣਾ ਜੋ ਬੀਜਾਂਗੇ। ਇਹ ਗੁਰਮੁਖ ਬਣ ਕੇ ਕੋਈ ਬੁੱਝਦਾ ਇਸ ਗੱਲ ਨੂੰ। ਇਹ ਗੁਰੂ ਸਾਹਿਬ ਦੀ ਸ਼ਰਨ ਆਇਆ ਜੀਵ ਹੀ ਸਮਝਦਾ, ਜਾਂ ਕੋਈ ਗੁਰਮੁਖ ਹੀ ਵਾਹਿਗੁਰੂ ਦੇ ਸਰੂਪ ਨੂੰ ਸਾਰਿਆਂ ਵਿੱਚ ਵਸਦਾ ਹੋਇਆ ਬੁੱਝਦਾ ਜਾਣਦਾ ਹੈ। ਗੁਣ ਕਹਿ ਗੁਣੀ ਸਮਾਵਣਿਆ। ਤੇ ਜਿਹੜਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਵਿਆਪਕ ਬੁੱਝ ਲੈਂਦਾ, ਜਾਣ ਲੈਂਦਾ, ਵਾਹਿਗੁਰੂ ਦੇ ਗੁਣਾਂ ਨੂੰ ਹੀ ਕਹਿਣ ਲੱਗ ਪੈਂਦਾ ਵੀ ਪਰਮੇਸ਼ਰ ਦੇ ਗੁਣ ਗਾਓ ਭਾਈ। ਜਦੋਂ ਆਪਣਾ ਹੀ ਕੀਤਾ ਪਾਉਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਵੀ ਜੋ ਕੁਝ ਅਸੀਂ ਕਰਾਂਗੇ ਉਹ ਆਪਣਾ ਕੀਤਾ ਆਪਣੀ ਝੋਲੀ 'ਚ ਪਾਉਣਾ ਪੈਣਾ। ਫਿਰ ਗੁਣ ਗਾਓ। ਗੁਰਮੁਖ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਗੁਣ ਗਾਉਣੇ ਭਾਵ ਉਹਦੀਆਂ ਸਿਫਤਾਂ ਕਰਦੇ ਨੇ, ਉਹਦੇ ਪਰਉਪਕਾਰਾਂ ਨੂੰ ਚੇਤੇ ਕਰਦੇ ਹਨ, ਉਹਦੀ ਮਹਿਮਾ ਵਡਿਆਈ ਕਰਦੇ ਨੇ। ਤੇ ਉਹੋ ਜਿਹੇ ਗੁਣਾਂ ਨੂੰ ਕਹਿੰਦੇ ਆ ਗੁਣੀ ਸਮਾਵਣਿਆ। ਗੁਣੀ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਨੇ ਜਿਹਦੇ ਗੁਣ ਕਹਿ ਰਹੇ ਨੇ। ਗੁਰਮੁਖ ਵਾਹਿਗੁਰੂ ਦੇ ਗੁਣ ਕਹਿੰਦੇ ਨੇ ਤੇ ਗੁਣ ਕਹਿੰਦੇ ਆ ਫਿਰ ਉਸ ਪਰਮੇਸ਼ਰ ਦੇ ਸਰੂਪ ਵਿੱਚ ਹੀ ਸਮਾ ਜਾਂਦੇ ਨੇ। ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਹਨ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹ ਤਾਂ ਰੱਬ ਵਰਗਾ ਹੀ ਬਣ ਜਾਂਦੇ ਹਨ, ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਇੱਥੇ ਇਹ ਸਾਨੂੰ ਗੱਲ ਜਣਾ ਦਿੱਤੀ ਸਤਿਗੁਰਾਂ ਨੇ ਵੀ ਜੇ ਵਾਹਿਗੁਰੂ ਦੇ ਗੁਣ ਗੁਰਮੁਖ ਬਣ ਕੇ ਗਾਵਾਂਗੇ ਨਾ ਤਾਂ ਪਰਮੇਸ਼ਰ ਦੇ ਜਿਹਦੇ ਗੁਣ ਗਾਏ ਜਾਂਦੇ ਨੇ ਉਹਦੇ ਵਰਗਾ ਹੀ ਬਣ ਜਾਈਦਾ, ਉਹਦੇ ਵਿੱਚ ਲੀਨ ਹੋ ਜਾਈਦਾ ਹੈ। ਉਸ ਵਾਹਿਗੁਰੂ ਵਰਗੇ ਗੁਣ ਪ੍ਰਾਪਤ ਹੋ ਜਾਂਦੇ ਹਨ ਪਰਮੇਸ਼ਰ ਦੇ ਗੁਣ ਗਾਉਂਦਿਆਂ। ਹਉ ਵਾਰੀ ਜੀਉ ਵਾਰੀ। ਪਾਤਸ਼ਾਹ ਜੀ ਕਹਿੰਦੇ ਹਉ ਵਾਰੀ, ਹਉ ਜਿਨ੍ਹਾਂ ਨੇ ਆਪਣੀ ਹੰਗਤਾ ਵਾਰੀ ਵਾਰ ਦਿੱਤੀ ਹੈ,
ਜੀਓ ਵਾਰੀ, ਉਹਨਾਂ ਤੋਂ ਅਸੀਂ ਆਪਣਾ ਜੀਓ ਜੀ ਕੁਰਬਾਨ ਕਰਦੇ ਹਾਂ। ਜਾਂ ਜਿਨ੍ਹਾਂ ਨੇ ਆਪਣੀ ਹਉਮੈ ਵਾਰ ਦਿੱਤੀ, ਖਤਮ ਕਰਤੀ, ਜਿਨ੍ਹਾਂ ਨੇ ਆਪਣੀ ਜ਼ਿੰਦਗਾਨੀ ਵਾਰ ਦਿੱਤੀ, ਕੁਰਬਾਨ ਕਰ ਦਿੱਤੀ। ਹਰਿ ਕਾ ਨਾਮ ਮਨ ਵਸਾਵਣਿਆ। ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਵਣਿਆ, ਵਸਾਉਣ ਵਾਲੇ ਹੋਏ ਨੇ, ਜਿਨ੍ਹਾਂ ਨੇ ਹਉ ਹੰਗਤਾ, ਜਿਨ੍ਹਾਂ ਨੇ ਦੇਹ ਅਧਿਆਸ ਸਭ ਕੁਝ ਹੀ ਵਾਰ ਦਿੱਤਾ ਪਰਮੇਸ਼ਰ ਤੋਂ, ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ। ਜਾਂ ਹਉ ਹਉ ਵਾਰੀ ਜੀਉ ਵਾਰੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਅਸੀਂ ਉਹਨਾਂ ਦੇ ਉੱਤੋਂ ਕੁਰਬਾਨ ਜਾਂਦੇ ਹਾਂ। ਆਪਣਾ ਮਨ, ਆਪਣੀ ਜਾਨ ਵੀ ਉਹਨਾਂ ਤੋਂ ਬਲਿਹਾਰ ਸਦਕੇ ਕਰਦੇ ਹਾਂ, ਉਹਨਾਂ ਗੁਰਮੁਖਾਂ ਤੋਂ। ਹਰਿ ਕਾ ਨਾਮ ਮਨ ਵਸਾਵਣਿਆ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਵਸਾਵਣਿਆ, ਆਪਣੇ ਮਨ ਦੇ ਵਿੱਚ ਵਸਾ ਲਿਆ ਹੈ। ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨ ਕੇ ਜਿਨ੍ਹਾਂ ਨੇ ਨਾਮ ਹੀ ਵਸਾ ਲਿਆ ਆਪਣੇ ਅੰਦਰ, ਉਹਨਾਂ ਦਾ ਹੁਣ ਫੁਰਨਾ ਆਉਂਦਾ ਹੀ ਨਹੀਂ। ਉਹ ਕਹਿੰਦੇ ਨਹੀਂ ਵੀ ਸਾਡੇ ਮਨ ਦੀ ਮਰਜ਼ੀ, ਸਾਡਾ ਮਨ ਨਹੀਂ ਏਦਾਂ ਕਰਦਾ। ਉਹ ਮਨ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਜਪਦੇ ਨੇ, ਪਰਮੇਸ਼ਰ ਦੇ ਨਾਮ ਨੂੰ ਹੀ ਵਸਾਈ ਰੱਖਦੇ ਹਨ। ਜਿਹੜੇ ਇਸ ਤਰ੍ਹਾਂ ਦੇ ਜੀਵਨ ਵਾਲੇ ਨੇ, ਉਹਨਾਂ ਤੋਂ ਗੁਰੂ ਨਾਨਕ ਸਾਹਿਬ ਸਦਕੇ ਜਾਂਦੇ ਹਨ। ਜੋ ਸਚ ਲਗੀ ਸਿਆਨ ਦਿਨ ਜਾਗੀ। ਜਿਹੜੇ ਜੀਵ ਸੱਚ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਲੱਗੇ ਹੋਏ ਨੇ, ਜੋ ਸੱਚ ਸਰੂਪ ਵਾਹਿਗੁਰੂ ਦੇ ਚਰਣੀ ਲੱਗੇ ਨੇ, ਉਹ ਆਨ ਦਿਨ ਜਾਗੇ। ਉਹ ਰਾਤ ਦਿਨ ਸਾਧ ਸੰਗਤ ਜਾਗਦੇ ਰਹਿੰਦੇ ਹਨ। ਭਾਵੇਂ ਸਰੀਰ ਕਰਕੇ ਸੁੱਤੇ ਹੈ, ਅੱਖਾਂ ਵੀ ਬੰਦ ਹੈ, ਸਰੀਰ ਕਰਕੇ ਨੀਂਦ ਆਈ ਹੈ, ਉਹ ਕੋਈ ਕਹੂ ਜੀ ਲੈ ਇਹ ਤਾਂ ਸੁੱਤੇ ਆ, ਤੁਸੀਂ ਕਹਿੰਦੇ ਜਾਗਦੇ ਹੋ। ਮਹਾਰਾਜ ਕਹਿੰਦੇ ਸਰੀਰ ਦੇ ਜਾਗਣ ਸੌਣ ਦੀ ਗੱਲ ਨਹੀਂ ਇੱਥੇ ਕਹਿ ਰਹੇ। ਇੱਥੇ ਜਿਹੜਾ ਵਕਾਰਾਂ ਵੱਲੋਂ ਸੁਚੇਤ ਰਹਿਣਾ, ਵੀ ਕਿਤੇ ਸੁੱਤਿਆਂ ਵੀ ਤਾਂ ਮਾੜੇ ਫੁਰਨੇ ਨਹੀਂ ਹੁੰਦੇ, ਕਿਤੇ ਸੁੱਤੇ ਨੂੰ ਭੈੜਾ ਸੁਪਨਾ ਤੇ ਨਹੀਂ ਆ ਰਿਹਾ ਜਿਹਦੇ ਵਿੱਚ ਵਿਭਚਾਰ ਕਰ ਰਿਹਾ। ਉਹ ਤਾਂ ਸੁੱਤਿਆਂ ਵੀ ਜਾਗਦੇ, ਸੁਚੇਤ ਰਹਿੰਦੇ ਨੇ। ਜਾਗਦਿਆਂ ਉਹਨਾਂ ਨੇ ਸਰੀਰ ਕਰਕੇ ਜਾਗਦਿਆਂ ਹੋਇਆਂ ਤਾਂ ਕੀ ਕਿਸੇ ਤਰ੍ਹਾਂ ਦਾ ਮੰਦ ਕਰਮ ਕਰਨਾ, ਉਹ ਜਦੋਂ ਸਰੀਰ ਕਰਕੇ ਸੁੱਤੇ ਹਨ ਉਦੋਂ ਵੀ ਜਾਗਦੇ ਨੇ। ਤੇ ਜਿਹੜੇ ਗੁਰਮੁਖ ਹਨ ਉਹ ਰਾਤ ਦਿਨ ਹੀ ਗਿਆਨ ਅਵਸਥਾ ਦੇ ਵਿੱਚ ਜਾਗਦੇ ਰਹਿੰਦੇ ਹਨ, ਸਦਾ ਸੁਚੇਤ ਰਹਿੰਦੇ ਨੇ, ਸਾਵਧਾਨ ਰਹਿੰਦੇ ਨੇ, ਕਦੀ ਵੀ ਵਕਾਰਾਂ ਨੂੰ ਮੌਕਾ ਨਹੀਂ ਦਿੰਦੇ ਆਪਣੇ ਉੱਤੇ ਹਾਵੀ ਹੋਣ ਦਾ। ਜਿਵੇਂ ਸੁੱਤਿਆਂ ਨੂੰ ਲੁੱਟ ਕੇ ਲੈ ਜਾਂਦੇ ਨੇ ਠੱਗ ਚੋਰ, ਐਵੇਂ ਹੀ ਜਿਹੜੇ ਅਵੇਸਲੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਸ਼ੁਭ ਗੁਣ ਸਭ ਲੁੱਟੀਂਦੇ ਜਾ ਰਹੇ ਨੇ। ਕੋਈ ਵੀ ਨੇਕ ਗੁਣ ਉਹਨਾਂ ਅੰਦਰ ਰਹਿੰਦਾ ਨਹੀਂ ਹੈ। ਪਰ ਗੁਰਮੁਖ ਆਪਣੇ ਚੰਗੇ ਗੁਣਾਂ ਦੀ ਰਾਖੀ ਕਰਨ ਲਈ ਸਦਾ ਗਿਆਨ ਅਵਸਥਾ ਵਿੱਚ ਜਾਗਦੇ ਰਹਿੰਦੇ ਹਨ। ਪਰ ਜਾਗਦੇ ਉਹੀ ਨੇ ਜਿਹੜੇ ਸੱਚੇ ਨਾਮ ਦੇ ਵਿੱਚ ਲੱਗੇ ਹਨ। ਦਰ ਸਚੈ ਸੁਭ ਪਾਵਣਿਆ। ਇਹ ਜਿਹੜੇ ਸਦਾ ਸੁਚੇਤ ਰਹਿੰਦੇ ਹਨ, ਜਿਨ੍ਹਾਂ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਬਚਾ ਕੇ ਰੱਖਿਆ। ਸ਼ੁਭ ਗੁਣ ਬਚਾ ਕੇ ਹੀ ਰੱਖਣੇ, ਵੀ ਜਿਨ੍ਹਾਂ ਦੇ ਜੀਵਨ ਵਿੱਚ ਸੰਤੋਖ ਨਹੀਂ ਮਰਿਆ, ਜਿਨ੍ਹਾਂ ਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਸਤ ਖਤਮ ਨਹੀਂ ਹੋਇਆ, ਸਤ ਸੰਤੋਖ ਦਇਆ ਨਹੀਂ ਖਤਮ ਹੋਈ, ਧਰਮ ਦੇ ਵਿੱਚ ਕਾਇਮ ਰਹਿੰਦੇ ਹਨ ਸਦਾ। ਇੱਦਾਂ ਦੇ ਸ਼ੁਭ ਗੁਣਾਂ ਦੇ ਸਹਿਤ ਜੀਵਨ ਹੈ ਜਿਨ੍ਹਾਂ ਦਾ, ਸਾਰੀ ਜ਼ਿੰਦਗੀ ਚੰਗੇ ਕੰਮ ਹੀ ਕਰਦੇ ਜਿਹੜੇ, ਉਹ ਸੱਚੇ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਦਰ ਵਿੱਚ ਜਾਂ ਸੱਚਖੰਡ ਰੂਪੀ ਦਰਵਾਜ਼ੇ ਤੇ ਸ਼ੋਭਾ ਨੂੰ ਪਾਉਂਦੇ ਹਨ। ਪਰਮੇਸ਼ਰ ਦੇ ਦਰ ਤੇ ਉਹਨਾਂ ਨੂੰ ਵਡਿਆਈ ਮਿਲਦੀ ਹੈ। ਜਾਂ ਦਰ ਸੱਚਾ, ਉਹ ਦਰ ਆਪਣੇ ਅੰਦਰ ਹੀ ਜਿਹੜਾ ਸੱਚਾ ਪਰਮੇਸ਼ਰ ਹੈ ਉਹਦੇ ਵਿੱਚ ਅਭੇਦ ਹੋਏ, ਇਕਮਿਕ ਹੋਏ ਸ਼ੋਭਾ ਨੂੰ ਪਾਉਂਦੇ ਹਨ। ਵਿਸ਼ਰਾਮ ਦੇ ਕੇ ਗੁਰੂ ਅਮਰਦਾਸ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ। ਆਪ ਸੁਣੈ ਤੈ ਆਪੀ ਵਿਖੈ। ਜਿਵੇਂ ਨਦੀਆਂ ਨਾਲਿਆਂ ਦਾ ਪਾਣੀ ਜਾ ਕੇ ਜਦੋਂ ਸਮੁੰਦਰ 'ਚ ਪੈ ਜਾਂਦਾ ਹੈ ਤੇ ਸਮੁੰਦਰ ਦਾ ਰੂਪ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਜਿਹੜੇ ਬ੍ਰਹਮ ਬੇਤੇ ਨੇ, ਉਹਨਾਂ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਐਸੀ ਹੈ ਵੀ ਆਪ ਸੁਣੈ, ਵੀ ਪਰਮੇਸ਼ਰ ਆਪ ਹੀ ਸਾਰਿਆਂ ਦੀਆਂ ਬੇਨਤੀਆਂ ਸੁਣ ਰਿਹਾ ਹੈ, ਤਾਂ ਆਪੇ ਵੇਖੈ, ਤੇ ਆਪ ਹੀ ਸਾਡੇ ਸਾਰਿਆਂ ਦੇ ਚੰਗੇ ਮੰਦੇ ਜੋ ਵੀ ਕਰਮ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਦ੍ਰਿਸ਼ਟਾ ਰੂਪ ਹੋ ਕਰਕੇ ਉਹ ਵੇਖ ਰਿਹਾ ਹੈ। ਬਾਪ ਸਭ ਕੁਝ ਉਹਦੀ ਨਿਗਾਹ ਦੇ ਅੰਦਰ ਹੈ, ਉਹਦੀ ਨਿਗਾਹ ਤੋਂ ਬਾਹਰ ਕੁਝ ਨਹੀਂ ਪਰਮੇਸ਼ਰ ਦੀ। ਵੀ ਇਹ ਭੁਲੇਖਾ ਹੋਵੇ ਵੀ ਅਸੀਂ ਅੰਦਰ ਕਦੇ ਚਾਲ ਜਾਣੇ ਲੁਕ ਕੇ ਗੱਲਾਂ ਕਰ ਲਾਂਗੇ, ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ, ਪਰ ਮਾਲਕ ਉਹ ਵੀ ਸੁਣਦਾ ਹੈ।
ਕਿਤੇ ਲੁਕ ਕੇ ਡੂੰਘੇ ਥਾਂ ਜਾ ਕੇ ਵੀ ਇੱਥੇ ਕੋਈ ਨਹੀਂ ਵੇਖਦਾ ਤੇ ਇੱਥੇ ਹੁਣ ਅਸੀਂ ਪਾਪ ਕਰ ਲਈਏ, ਕੋਈ ਚੋਰੀ ਜਾਰੀ ਕਰ ਲਈਏ, ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਪ ਵਾਹਿਗੁਰੂ ਸਭ ਵਿੱਚ ਬੈਠਾ ਹੋਇਆ ਸਭ ਦੀਆਂ ਫਰਿਆਦਾਂ ਸੁਣ ਰਿਹਾ ਹੈ ਤੇ ਆਪ ਹੀ ਸਾਡੇ ਸਭ ਜੀਵਾਂ ਦੇ ਉਹ ਕਰਮਾਂ ਦੇ ਤਾਈਂ ਵੇਖ ਰਿਹਾ ਹੈ। ਆਪ ਹੀ ਬੇਨਤੀਆਂ ਸੁਣਦਾ ਹੈ ਗੁਰਮੁਖਾਂ ਦੀਆਂ ਤੇ ਆਪ ਹੀ ਨਦਰ ਦੀ ਕਿਰਪਾ, ਨਦਰ ਭਰੀ ਨਿਗਾਹ ਦੇ ਨਾਲ ਵੇਖ ਕੇ ਨਿਹਾਲ ਕਰ ਦਿੰਦਾ ਹੈ। ਜਿਸਨੋ ਨਦਰ ਕਰੀ ਸੋਈ ਜਨ ਲਿਖੈ। ਇਹ ਵੇਖੋ ਵੀ ਜਿਹਦੇ ਉੱਤੇ ਮਾਲਕ ਆਪਣੀ ਨਦਰ ਕਰਦਾ, ਨਦਰ ਹੁੰਦਾ ਦ੍ਰਿਸ਼ਟੀ। ਆਪਾਂ ਕਹਾਂਗੇ ਵੀ ਨਾਲੇ ਹੁਣੇ ਤਾਂ ਕਿਹਾ ਵੀ ਉਹ ਸਾਰਿਆਂ ਨੂੰ ਵੇਖ ਰਿਹਾ, ਅਗਲੀ ਤੁਕ ਵਿੱਚ ਆ ਗਿਆ ਵੀ ਜਿਹਨੂੰ ਉਹ ਵੇਖਦਾ ਹੈ। ਇਹ ਫਰਕ ਕੀ ਹੈ? ਫਰਕ ਇਹ ਹੈ ਵੀ ਕਰਮ ਤਾਂ ਸਾਰਿਆਂ ਦੇ ਵੇਖ ਰਿਹਾ, ਪਰ ਜਿਨ੍ਹਾਂ ਵੱਲ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਹੁਣ ਆਪਾਂ ਕਿਤੇ 1000 100 ਬੰਦਾ ਇਕੱਠਾ ਹੋਇਆ ਹੋਵੇ, ਵੇਖਦੇ ਤਾਂ ਉਹਨਾਂ ਸਾਰਿਆਂ ਨੂੰ ਆ, ਪਰ ਉਹਨਾਂ 'ਚੋਂ ਕੋਈ ਜਿਹੜਾ ਕੋਈ ਆਪਣਾ ਜਾਣ ਪਛਾਣ ਵਾਲਾ ਹੋਵੇ ਨਾ, ਉਹਨੂੰ ਚੰਗੀ ਤਰ੍ਹਾਂ ਵਿਸ਼ੇਸ਼ ਕਰਕੇ ਵੇਖਦੇ ਆ ਵੀ ਉਹ ਆਪਣਾ ਫਲਾਨਾ ਫਲਾਨਾ ਆ, ਉਹਨੂੰ ਆਵਾਜ਼ਾਂ ਮਾਰਦੇ, ਉਹਨੂੰ ਆਪਣੇ ਕੋਲ ਸੱਦਦੇ ਆ। ਇਵੇਂ ਭਾਵੇਂ ਮਾਲਕ ਚੰਗੇ ਮੰਦੇ ਕਰਮ ਤਾਂ ਸਾਰਿਆਂ ਦੇ ਵੇਖ ਰਿਹਾ, ਪਰ ਕਿਰਪਾ ਦੀ ਦ੍ਰਿਸ਼ਟੀ ਜਿਹੜੀ ਹੈ ਨਾ, ਇਹ ਜਿਨ੍ਹਾਂ ਦੇ ਕਰ ਦਵੇ, ਜਿਨ੍ਹਾਂ ਦੀਆਂ ਕਰਮ ਕਰਤੂਤਾਂ ਚੰਗੀਆਂ ਜਾਣੇ ਵੀ ਜਿਹੋ ਜਿਹੇ ਬਾਹਰੋਂ ਦਿਖਦੇ ਅੰਦਰੋਂ ਵੀ ਉਹੋ ਜਿਹੇ ਹਨ, ਜਿਹੋ ਜਿਹੇ ਕੰਮ ਇਹ ਬਾਹਰ ਚੰਗੇ ਕਰਕੇ ਵਿਖਾਉਂਦੇ ਨੇ ਅੰਦਰੋਂ ਵੀ ਘਰ ਵਿੱਚ ਵੀ ਉਹੋ ਹੀ ਕਰਦੇ ਨੇ। ਜਿਨ੍ਹਾਂ ਦੀ ਕਰਮ ਕਰਤੂਤ ਪਰਮੇਸ਼ਰ ਨੂੰ ਭਾ ਜਾਵੇ ਉਹਨਾਂ ਦੇ ਨਦਰ ਕਰਦਾ ਰਹਿਮਤ ਦੀ। ਤੇ ਜਿਸ ਨਾਲ ਨਦਰ ਕਰੇ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ, ਸੋਈ ਜਨ ਲੇਖਾ, ਉਹੀ ਵਾਹਿਗੁਰੂ ਦੇ ਲੇਖੇ ਵਿੱਚ ਪੈਂਦਾ। ਉਹਦਾ ਹੀ ਨਾਮ ਪਰਮੇਸ਼ਰ ਦੀ ਵਹੀ ਦੇ ਵਿੱਚ ਚੜ੍ਹਦਾ ਵੀ ਆਹ ਗੁਰਮੁਖ ਹੈ। ਆਪਣੇ ਆਪ ਤਾਂ ਘੱਟ ਨਹੀਂ ਕੋਈ ਵੀ ਕਹਾਉਂਦਾ, ਪਰ ਪਰਮੇਸ਼ਰ ਦੀ ਜਿਹਦੇ ਉੱਤੇ ਰਹਿਮਤ ਹੁੰਦੀ ਹੈ, ਉਹ ਵਾਹਿਗੁਰੂ ਦੇ ਦਰਬਾਰ ਕਬੂਲ ਪੈ ਜਾਂਦਾ, ਉਹਦੇ ਕਰਮ ਲੇਖੇ ਪੈ ਜਾਂਦੇ ਨੇ। ਆਪੀ ਲਾਈ ਲਈ ਸੋ ਲਾਗੈ। ਇਹਦੇ ਨਾਲ ਜੀਵਾਂ ਦੀ ਹੁਣ ਮਹਾਰਾਜ ਅਲਪਗਤਾ ਜਣਾਉਂਦੇ ਨੇ ਵੀ ਇਹਨਾਂ ਦੇ ਵੀ ਕੀ ਵਸ ਹੈ। ਆਪੇ ਲਾਏ ਲਏ ਸੋ ਲਾਗੈ, ਜਿਸ ਨੂੰ ਆਪ ਹੀ ਵਾਹਿਗੁਰੂ ਲਾਏ ਲਏ ਲਾ ਲੈਂਦਾ ਹੈ, ਮੇਲ ਲੈਂਦਾ ਹੈ ਗੁਰਾਂ ਦੇ ਰਾਹੀਂ ਆਪਣੇ ਚਰਨਾਂ ਦੇ ਨਾਲ, ਉਹੀ ਗੁਰਮੁਖ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਸੇਵਾ ਕਰਨ ਵਿੱਚ ਲੱਗਦਾ ਹੈ। ਜਿਹਨੂੰ ਆਪ ਚਰਨੀ ਲਾਉਂਦਾ ਹੈ ਗੁਰੂ ਰਾਹੀਂ, ਉਹੀ ਉਹਦੇ ਚਰਨੀ ਲੱਗਦਾ ਹੈ। ਗੁਰਮੁਖ ਸਚ ਕਮਾਵਣਿਆ। ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਹੀ ਉਹ ਫਿਰ ਪੁਰਖ ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰਾਂ ਦੇ ਚਰਨੀ ਲਾ ਕੇ ਆਪਣੇ ਨਾਲ ਲਾਇਆ, ਉਹ ਸਦਾ ਸੱਚ ਦੀ ਕਮਾਈ ਕਰਦੇ ਨੇ। ਭਾਵ ਕਿ ਸਦਾ ਸਚਾਈ ਤੇ ਪਹਿਰਾ ਦਿੰਦੇ ਹਨ, ਸਦਾ ਸਤ ਪ੍ਰਤੱਗੀ ਰਹਿੰਦੇ ਨੇ, ਸੱਚੇ ਨਾਮ ਨੂੰ ਜਪਦੇ ਹਨ, ਸੱਚੇ ਨੂੰ ਹੀ ਸਦਾ ਚੇਤੇ ਰੱਖਦੇ ਨੇ। ਇਹੀ ਉਹਨਾਂ ਦੀ ਕਮਾਈ ਹੈ। ਜਿਸ ਆਪ ਭੁਲਾਈ ਸੋ ਕਿਥੈ ਹੱਥ ਪਾਈ। ਜਿਹਨੂੰ ਵਾਹਿਗੁਰੂ ਆਪ ਹੀ ਆਪਣੇ ਸਰੂਪ ਵੱਲੋਂ ਅਵਗੁਣਾਂ ਵਾਲਾ ਜਾਣ ਕੇ ਭੁਲਾ ਦੇਵੇ ਵੀ ਇਹ ਕੀ ਗੱਲਾਂ ਕਰਦਾ, ਹਰ ਵੇਲੇ ਖਾਣ ਦੀਆਂ, ਪੀਣ ਦੀਆਂ, ਪਹਿਨਣ ਦੀਆਂ, ਆਹ ਮਿਲ ਜੇ ਉਹ ਮਿਲ ਜੇ, ਕਹਿੰਦੇ ਵੀ ਇਹ ਜੋਗ ਹੀ ਨਹੀਂ ਮੇਰੇ ਨਾਲ ਰਹਿਣ ਦੇ, ਇਹਨੂੰ ਚਰਨਾਂ ਨਾਲ ਲਾਉਣਾ ਹੀ ਨਹੀਂ। ਉਹ ਜਿਹੜੇ ਬੰਦੇ ਦੀਆਂ ਕਰਮ ਕਰਤੂਤਾਂ ਹੀ ਇਹੋ ਜਿਹੀਆਂ ਹੋਣ, ਅਸੀਂ ਹਰ ਸਮੇਂ ਵੀ ਗੱਲਾਂ ਤਾਂ ਸਦਾ ਪਦਾਰਥਾਂ ਦੀਆਂ, ਗੱਲਾਂ ਸਦਾ ਆਪਣੀ ਵਡਿਆਈ ਤੇ ਦੂਸਰਿਆਂ ਦੀਆਂ ਨਿੰਦਾ ਚੁਗਲੀ ਦੀਆਂ, ਕੰਮ ਤਾਂ ਇਹੀ ਕਰਦਾ। ਫਿਰ ਇਹਨੂੰ ਕਾਹਤੋਂ ਕਹਿੰਦੇ ਵੀ ਆਪਣੇ ਲਾਗੇ ਰੱਖਣਾ, ਜਾ ਇਹਨੂੰ ਕਹਿ ਹੁਣ ਖਾ ਧੱਕੇ। ਸੋ ਪਰਮੇਸ਼ਰ ਉਹਨਾਂ ਨੂੰ ਫਿਰ ਵਿਛੋੜ ਦਿੰਦਾ ਹੈ ਆਪਣੇ ਨਾਲੋਂ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਸ ਆਪ ਭੁਲਾਏ, ਜਿਹਨੂੰ ਵਾਹਿਗੁਰੂ ਆਪ ਅਵਗੁਣਾਂ ਵਾਲਾ ਜਾਣ ਕੇ ਆਪਣੇ ਸਰੂਪ ਵੱਲੋਂ ਭੁਲਾ ਦਿੰਦਾ, ਜਿਹਨੂੰ ਆਪਣੇ ਨਾਲੋਂ ਤੋੜ ਦਿੰਦਾ, ਜਾ ਹੁਣ ਭੋਗ 84 ਦਾ ਗੇੜਾ, ਸੋ ਕਿੱਥੇ ਹੱਥ ਪਾਏ। ਦੱਸੋ ਹੁਣ ਕਿੱਥੇ ਹੱਥ ਪਾਵੇ? ਵੀ ਜਿਵੇਂ ਕੋਈ ਉੱਤੋਂ ਡੇਗੀ ਪਵੇ, ਉੱਚੀ ਇਮਾਰਤ ਤੇ ਚੜਿਆ ਹੋਇਆ, ਜਦੋਂ ਉੱਤੋਂ ਕੋਈ ਡਿੱਗ ਪਵੇ ਫਿਰ ਹੱਥ ਨਹੀਂ ਨਾ ਕਿਤੇ ਪੈਂਦਾ। ਮਨੁੱਖਾ ਜਨਮ ਸਭ ਤੋਂ ਉੱਪਰਲਾ ਡੰਡਾ ਹੈ। ਜਦੋਂ ਉੱਪਰਲੇ ਡੰਡੇ ਤੋਂ ਕੋਈ ਡਿੱਗੇ, ਥੱਲੇ ਤੋਂ ਡਿੱਗਣ ਵਾਲੇ ਦਾ ਕੋਈ ਹਾਲਾਂ ਬਚਾਅ ਹੋ ਸਕਦਾ, ਜਿਹੜਾ ਉੱਪਰਲੇ ਡੰਡੇ ਤੋਂ ਡਿੱਗਦਾ ਨਾ ਪੌੜੀ ਦੇ, ਉਹ ਸਾਧ ਸੰਗਤ ਫੇਰ ਥੱਲੇ ਡਿੱਗਦਾ, ਫਿਰ ਦੁੱਖ ਵੀ ਹੁੰਦਾ। ਇਹ ਮਨੁੱਖਾ ਜਨਮ ਸਭ ਤੋਂ ਉੱਚੇ ਡੰਡੇ ਦੀ ਨਿਆਈ ਮਿਲਿਆ ਪੌੜੀ ਦਾ। ਬਸ ਐਨ ਪਰਮੇਸ਼ਰ ਦੇ ਲਾਗੇ ਪਹੁੰਚ ਕੇ ਮਿਲਣ ਵਾਸਤੇ। ਪਰ ਜਿਹੜੇ ਔਗਣ ਕਰਨੇ ਨਹੀਂ ਛੱਡਦੇ, ਉਹਨਾਂ ਨੂੰ ਵਾਹਿਗੁਰੂ ਆਪਣੇ ਨਾਲੋਂ ਭੁਲਾ ਦਿੰਦਾ। ਫਿਰ ਸਮਝੋ ਵੀ ਉਹ ਡਿੱਗਦੇ ਨੇ। ਤੇ ਉਹ ਜਿਹੜੇ ਬੇਮੁਖ ਹੋ ਗਏ, ਹੁਣ ਉਹ ਕਿੱਥੇ ਹੱਥ ਪਾਉਣ? ਉਹ ਨਹੀਂ ਸੰਗਤ ਕਰਦੇ। ਫਿਰ
ਉਹ ਹੱਥ ਛੁੱਟ ਗਿਆ, 84 ਦੇ ਗੇੜੇ 'ਚ ਜਾਣਾ ਹੀ ਪੈਂਦਾ ਹੈ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਮਹਾਰਾਜ ਜੀ ਕਹਿੰਦੇ ਪੂਰਬ ਲਿਖਿਆ ਜਿਹੜਾ ਉਹ ਮੇਟਿਆ ਨਹੀਂ ਜਾ ਸਕਦਾ ਭੋਗੇ ਤੋਂ ਬਗੈਰ। ਜੋ ਕੁਝ ਅਸੀਂ ਕਰਮ ਕਰਤੂਤ ਕਰਦੇ ਆ ਉਹ ਸਾਡਾ ਸਭ ਇਤਿਹਾਸ ਬਣੀ ਜਾਂਦਾ। ਜੋ ਕੁਝ ਪਿਛਲੇ ਸਮੇਂ ਕੀਤਾ ਉਹ ਸਾਰਾ ਹੀ ਸਾਨੂੰ ਭੋਗਣਾ ਪਵੇਗਾ। ਉਹ ਭੋਗੇ ਤੋਂ ਬਿਨਾਂ ਕੋਈ ਮੇਟ ਨਹੀਂ ਸਕਦਾ। ਜਿਨ ਸਤਿਗੁਰ ਮਿਲਿਆ ਸੀ ਵਡ ਭਾਗੀ। ਜਿਨ੍ਹਾਂ ਨੂੰ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਮਿਲ ਗਏ ਨੇ, ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮਿਲ ਗਈ ਹੈ, ਗੁਰੂ ਸਾਹਿਬ ਜੀ ਦਾ ਉਪਦੇਸ਼, ਸਤ ਸੰਗਤ ਪ੍ਰਾਪਤ ਹੋ ਗਈ, ਉਹ ਪੁਰਖ ਵੱਡਿਆਂ ਭਾਗਾਂ ਵਾਲੇ ਹਨ। ਕਿਉਂਕਿ ਗੁਰੂ ਸਾਹਿਬ ਐਸੇ ਨੇ ਵੀ ਲੇਖ ਤਾਂ ਨਹੀਂ ਮਿਟਦੇ, ਠੀਕ ਆ, ਪਰ ਮਹਾਰਾਜ ਸਾਹਿਬ ਸੁਪਨੇ ਜੀ ਪੁਗਾ ਕੇ ਸਾਰੇ ਲੇਖ ਕੱਟ ਦਿੰਦੇ, ਦੂਰ ਕਰ ਦਿੰਦੇ ਹਨ। ਪੂਰੇ ਕਰਮ ਮੇਲਾ ਬਣਿਆ। ਤੇ ਗੁਰਾਂ ਨਾਲ ਮਿਲਦਾ ਨਹੀਂ ਹਰ ਕੋਈ। ਜਿਹਦੇ ਪੂਰਨ ਕਰਮ ਹੋਣ, ਪੂਰੇ ਕਰਮ ਹੀ ਗੁਰਾਂ ਦੇ ਨਾਲ ਜੀਵ ਨੂੰ ਮਿਲਦੇ ਨੇ। ਤੇ ਜਿਨ੍ਹਾਂ ਨੂੰ ਮਿਲਿਆ ਹੈ ਉਹ ਵੱਡੇ ਭਾਗਾਂ ਵਾਲੇ ਹਨ। ਈ ਅੜੈ ਧਨ ਅਨ ਦਿਨ ਸੁਤੀ। ਮਹਾਰਾਜ ਸਾਹਿਬ ਜੀ ਰੂਪਕ ਵਰਤਦੇ ਹਨ, ਅਲੰਕਾਰ ਵਰਤਦੇ ਹਨ ਵੀ ਜਿਵੇਂ ਪਈੜ ਹੈ, ਧਨ ਅਨ ਦਿਨ ਸੁਤੀ। ਵੀ ਸੰਸਾਰ ਇਹ ਪਈੜੇ ਪੇਕਾ ਘਰ ਹੈ ਸੰਸਾਰ। ਜਿਵੇਂ ਪ੍ਰਤੱਖ ਵੀ ਕੋਈ ਪੇਕੇ ਘਰ ਵਿੱਚ ਸੁੱਤੀ ਰਹਿਣ ਤੋਂ ਭਾਵ ਹੈ ਵੀ ਸੁਚੇਤ ਨਾ ਹੋਵੇ ਵੀ ਮੈਂ ਅੱਗੇ ਜਾਣਾ ਹੈ ਤੇ ਕੋਈ ਇਹੋ ਜਿਹੇ ਕੋਈ ਗੁਣ ਸਿੱਖ ਲਵਾਂ ਵੀ ਜਿਹਦੇ ਕਰਕੇ ਮੈਨੂੰ ਅੱਗੇ ਮੁਸ਼ਕਲ ਨਾ ਆਵੇ ਸਹੁਰੇ ਘਰ ਵਿੱਚ। ਉਹ ਅਵੇਸਲਾਪਨ ਹੋਣਾ, ਇਹ ਵੀ ਸੋਣਾ ਹੀ ਹੈ। ਤੇ ਇਸੇ ਤਰ੍ਹਾਂ ਤ੍ਰੀਪ ਭਾਵ ਵਿੱਚ ਮਹਾਰਾਜ ਕਹਿੰਦੇ ਵੀ ਸੰਸਾਰ ਰੂਪੀ ਪੇਕਾ ਘਰ ਹੈ ਤੇ ਜਿੰਨੇ ਵੀ ਜੀਵ ਹਨ ਇਹ ਮਾਨੋ ਵੀ ਇਸਤਰੀਆਂ ਦੀ ਨਿਆਈ ਨੇ। ਤੇ ਇੱਥੇ ਜਿਹੜੀ ਜੀਵ ਇਸਤਰੀ ਰਾਤ ਦਿਨ ਸੁੱਤੀ ਰਹਿੰਦੀ ਹੈ ਅਵਿਦਿਆ ਦੀ ਨੀਂਦ ਦੇ ਵਿੱਚ, ਪਰਮੇਸ਼ਰ ਵੱਲੋਂ ਬੇਮੁਖ ਹੋਣ ਰੂਪੀ ਸੁੱਤਿਆਂ ਹੀ ਰਹਿਣਾ, ਅਵਿਦਕ ਰਹਿਣਾ ਹਰ ਸਮੇਂ, ਜਾਂ ਅੰਮ੍ਰਿਤ ਵੇਲਾ ਸਦਾ ਹੀ ਸੌਂ ਕੇ ਲੰਘਾ ਦੇਣਾ, ਅੰਮ੍ਰਿਤ ਵੇਲੇ ਵੀ ਉੱਠ ਕੇ ਨਾਮ ਨਾ ਜਪਣਾ। ਇਹ ਜਿਹੜੀਆਂ ਰੂਹਾਂ ਅਵਿਦਿਆ ਦੇ ਤੌਰ ਤੇ ਵਿਦਿਆ ਦੀ ਨੀਂਦ ਵਿੱਚ ਸੁੱਤੀਆਂ ਨੇ, ਅਚੇਤ ਹੋਣ ਕਰਕੇ ਜਾਂ ਪ੍ਰਤੱਖ ਵੀ ਸੁੱਤੀਆਂ ਰਹਿੰਦੀਆਂ ਹਨ। ਕੰਤ ਵਿਸਾਰੀ ਅਵਗਣ ਮੁਤੀ। ਕਹਿੰਦੇ ਵੀ ਕੰਤ ਵਿਸਾਰੀ ਅਵਗਣ ਮੁੱਤੀ। ਉਹ ਸੁਚੇਤ ਨਹੀਂ ਹੈ ਜੋ, ਉਹਨੂੰ ਅਵਗਣਾ ਨੇ, ਮੁੱਤੀ ਨਾਮ ਹੁੰਦਾ ਲੁੱਟ ਲਿਆ, ਠੱਗ ਲਿਆ, ਅਵਗਣਾ ਦੇ ਵਸ ਪੈ ਗਈ। ਉਹਨੇ ਤਾਂ ਇਹੀ ਸਭ ਕੁਝ ਠੀਕ ਸਮਝ ਲਿਆ ਵੀ ਜਿਹੜੇ ਅਵਗਣ ਕਰਨੇ ਆ ਸ਼ਾਇਦ ਇਹੀ ਜੀਵਨ ਹੈ। ਤੇ ਅਵਗਣਾ ਕਰਕੇ ਜਿਹੜੀ ਸ਼ੁਭ ਗੁਣਾਂ ਵੱਲੋਂ ਲੁੱਟੀ ਗਈ ਹੈ ਨਾ, ਜਿਹਦੇ ਵਿੱਚ ਕੋਈ ਚੱਜ ਆਚਾਰ ਨਹੀਂ ਹੈ, ਜਿਹਨੂੰ ਕੋਈ ਚੰਗਾ ਕੰਮ ਨਹੀਂ ਆਉਂਦਾ, ਆਚਰਣ ਨਹੀਂ ਜਿਸ ਦਾ ਠੀਕ, ਕੰਤ ਵਿਸਾਰੀ। ਉਹ ਜੀਵ ਇਸਤਰੀ ਕੰਤ ਪਤੀ ਪਰਮੇਸ਼ਰ ਨੇ ਵਿਸਾਰ ਦਿੱਤੀ, ਉਹਨੂੰ ਆਪਣੇ ਵੱਲੋਂ ਛੁੱਟੜ ਕਰ ਦਿੱਤਾ ਹੈ। ਮਾਲਕ ਨੇ ਉਹਦੀਆਂ ਕਰਤੂਤਾਂ ਵੇਖ ਕੇ ਵੀ ਇਹਦੀਆਂ ਕਰਤੂਤਾਂ ਠੀਕ ਨਹੀਂ ਹੈ। ਉਹ ਮਾਲਕ ਪਰਮੇਸ਼ਰ ਨੇ ਅਵਗੁਣਾਂ ਵਾਲੀ ਜਾਣ ਕਰਕੇ, ਅਵਗੁਣਾਂ ਕਰਕੇ, ਠੱਗੀ ਲੁੱਟੀ ਹੋਣ ਕਰਕੇ, ਸ਼ੁਭ ਗੁਣਾਂ ਦੇ ਜੀਵਨ ਤੋਂ ਰਹਿਤ ਹੋਣ ਕਰਕੇ, ਚੰਗੇ ਆਚਰਣ ਤੋਂ ਬਗੈਰ ਹੋਣ ਕਰਕੇ, ਇਸ ਤਰ੍ਹਾਂ ਅਵਗੁਣ ਆਰੀ ਜਾਣ ਕੇ ਵਾਹਿਗੁਰੂ ਨੇ ਉਹਨੂੰ ਵਿਸਾਰ ਹੀ ਛੱਡਿਆ ਹੈ, ਆਪਣੇ ਵੱਲੋਂ ਜੁਦਿਆ ਕਰ ਦਿੱਤਾ, ਮਾਲਕ ਨੇ ਉਹਨੂੰ ਛੁੱਟੜ ਕਰ ਦਿੱਤਾ। ਆਨ ਦਿਨ ਸਦਾ ਫਿਰੈ ਬੇਲ ਲਾਦੀ। ਤੇ ਜਿਹੜੀ ਜੀਵ ਇਸਤਰੀ ਮਾਲਕ ਪਤੀ ਪਰਮੇਸ਼ਰ ਨੇ ਛੁੱਟੜ ਕਰ ਦਿੱਤੀ ਹੈ, ਫਿਰ ਉਹ ਰਾਤ ਦਿਨ ਸਦਾ ਹੀ ਟੇਢੀਆਂ ਜੂਨਾਂ ਵਿੱਚ ਪੈ ਕੇ ਵਿਰਲਾਪ ਕਰਦੀ ਰਹਿੰਦੀ ਹੈ, ਜਾਂ ਉਹਦਾ ਜੀਵਨ ਸਦਾ ਹੀ ਵਿਰਲਾਪ ਵਿੱਚ ਹੀ, ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦਾ ਹੈ। ਧੱਕੇ ਖਾਂਦੇ ਨੇ ਉਹ ਮਨੁੱਖ ਜਿਹੜੇ ਰੱਬ ਨੇ ਵਿਸਾਰ ਦਿੱਤੇ ਅਵਗੁਣਾਰੇ ਜਾਣ ਕੇ। ਦਿਨ ਤੇਰਾ ਨੀਂਦ ਨਾ ਪਾਵਣਿਆ। ਕਿਉਂਕਿ ਪਤੀ ਤੋਂ ਬਿਨਾਂ ਪਤੀ ਵਰਤਾ ਨੂੰ ਨੀਂਦ ਕਿੱਥੇ ਆਉਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਮੇਲ ਮਿਲਾਪ ਤੋਂ ਬਗੈਰ ਇਹਨਾਂ ਜੀਵਾਂ ਨੂੰ ਸ਼ਾਂਤੀ ਰੂਪੀ ਨੀਂਦ, ਸਮਾਧੀ ਰੂਪੀ ਨੀਂਦ ਨਹੀਂ ਆਉਂਦੀ। ਭਾਵ ਸਮਾਧੀ ਨਹੀਂ ਲੁਕਦੀ, ਸਾਰੀ ਜ਼ਿੰਦਗੀ ਸ਼ਾਂਤੀ ਨਹੀਂ ਆਉਂਦੀ ਵਾਹਿਗੁਰੂ ਪਤੀ ਤੋਂ ਬਗੈਰ ਹੋਣ ਕਰਕੇ। ਪੀੜੈ ਸੁਖ ਦਾਤਾ ਜਤ। ਇੱਕ ਤਾਂ ਮਹਾਰਾਜ ਨੇ ਇਹ ਹਿਸਾਬ ਲਿਆ ਵੀ ਜਿਹੜੀਆਂ ਬੱਚੀਆਂ ਬੀਬੀਆਂ ਪੇਕੇ ਘਰ ਰਹਿੰਦੀਆਂ ਹੀ ਸਹੁਰੇ ਘਰ ਰਹਿਣ ਵਸਣ ਵਾਲੇ ਕੰਮ ਨਹੀਂ ਸਿੱਖਦੀਆਂ, ਉਹ ਦੁਖੀ ਨੇ। ਤੇ ਦੂਸਰੀਆਂ ਹੁਣ ਪੱਖ ਲਿਆ ਹੈ ਵੀ ਜੋ ਪੇਕੇ ਘਰ ਵਿੱਚ ਰਹਿੰਦੀਆਂ ਸਭ ਕੁਝ ਜਾਣ ਲੈਂਦੀਆਂ ਨੇ। ਪਈੜੈ ਸੁਖ ਦਾਤਾ ਜਾਤਾ। ਜਿਨ੍ਹਾਂ ਨੇ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਸਭ ਸੁੱਖਾਂ ਦਾ ਦੇਣ ਹਾਰਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸਿਰ ਦਾ ਸਾਈਂ ਜਾਤਾ ਜਾਣ ਲਿਆ,
ਜਿਨ੍ਹਾਂ ਇਹ ਜਾਣ ਲਿਆ ਵੀ ਉਹਨੂੰ ਕੀ ਮੂੰਹ ਵਿਖਾਊਂ ਮੈਂ ਜਾ ਕੇ ਮਾਲਕ ਨੂੰ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਭੈ ਰੱਖਿਆ ਹੈ ਆਪਣੇ ਜੀਵਨ ਦੇ ਅੰਦਰ। ਹਉ ਮੈਂ ਮਾਰ ਗੁਰ ਸਬਦ ਪਛਾਤੈ, ਉਹਨਾਂ ਨੇ ਆਪਣੇ ਅੰਦਰੋਂ ਹਉਮੈ ਮਾਰ ਲਈ ਹੈ ਗੁਰੂ ਸਾਹਿਬ ਦੇ ਸ਼ਬਦ ਕਰਕੇ। ਜਿਵੇਂ ਬਿਰਧ ਮਾਈਆਂ ਸਮਝਾਉਂਦੀਆਂ, ਧੀਏ ਕਿਤੇ ਜਾ ਕੇ ਪੇਕਿਆਂ ਦਾ ਮਾਣ ਨਾ ਉੱਥੇ ਕਰੀ, ਤੂੰ ਭਾਵੇਂ ਤੇਰੇ 'ਚ ਜਿੰਨੀ ਮਰਜ਼ੀ ਤਾਕਤ ਹੈ, ਨਿਉ ਕੇ ਨਿਭ ਕੇ ਰਹਿਣਾ ਹੈ। ਇਹ ਸਿਆਣੇ ਸਿੱਖਿਆ ਦਿੰਦੇ ਆ ਨਾ। ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਧੀ ਜਦੋਂ ਤੋਰੀ ਬੱਚੀ, ਤੁਹਾਨੂੰ ਕਹਿੰਦੇ ਧੀਏ ਜਿੰਨਾ ਚਿਰ ਅਸੀਂ ਨਾ ਬੁਲਾਈਏ ਉਹਨਾਂ ਚਿਰ ਤੂੰ ਆਉਣਾ ਨਹੀਂ ਆਪਣੇ ਆਪ ਉੱਥੋਂ। ਜਦੋਂ ਅਸੀਂ ਮਿਲਣ ਦੀ ਚਾਹਨਾ ਹੋਏਗੀ ਆਪ ਕਵਾਂਗੇ, ਸੁਨੇਹਾ ਭੇਜਾਂਗੇ ਵੀ ਹੁਣ ਮਿਲ ਜਾ। ਸੋ ਇਸ ਤਰ੍ਹਾਂ ਇਹ ਤਾਂ ਬਾਹਰੀ ਗੱਲ ਹੈ। ਇਹ ਬਾਹਰੀ ਤੌਰ ਤੇ ਵੀ ਜੋ ਸਿਆਣੀ ਮਾਈਆਂ ਦੀ ਸਿੱਖਿਆ ਮੰਨਦੀਆਂ ਨੇ ਬੱਚੀਆਂ, ਉਹ ਸੁੱਖ ਮਾਣਦੀਆਂ ਹਨ। ਇਸੇ ਤਰ੍ਹਾਂ ਅੰਤਰੀ ਭਾਵ ਦੇ ਵਿੱਚ ਕਹਿੰਦੇ ਨੇ, ਜਿਨ੍ਹਾਂ ਜੀਵ ਇਸਤਰੀਆਂ ਨੇ ਹਉਮੈ ਨੂੰ ਮਾਰ ਲਿਆ ਗੁਰੂ ਦੇ ਸ਼ਬਦ ਦੁਆਰਾ। ਗੁਰਾਂ ਨੇ ਦੱਸ ਦਿੱਤਾ ਵੀ ਤੇਰੇ ਅੰਦਰ ਹਉਮੈ ਹੈ, ਤੇ ਇਹ ਹਉਮੈ ਰੱਬ ਨੂੰ, ਪਤੀ ਪਰਮੇਸ਼ਰ ਨੂੰ ਨਹੀਂ ਚੰਗੀ ਲੱਗਦੀ, ਕਿਉਂਕਿ ਹਰ ਜੀਓ ਹੰਕਾਰ ਨਾ ਭਾਵਈ। ਰੱਬ ਜੀ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਕਹਿੰਦੇ ਫੇਰ ਕਹਿੰਦੇ ਬਿਲਕੁਲ ਨਿਮਰਤਾ 'ਚ ਆ ਜਾ, ਇਹ ਨਾ ਹਉਮੈ ਕਰੀ ਵੀ ਮੈਂ ਤਾਂ ਬਹੁਤ ਸਾਧਨ ਕੀਤੇ ਆ, ਮੇਰੀ ਤਾਂ ਬੜੀ ਕਮਾਈ ਹੈ, ਮੇਰਾ ਤਾਂ ਬੜਾ ਜੀਵਨ ਹੈ, ਅਸੀਂ ਤਾਂ ਬਹੁਤ ਕਹਿੰਦੇ ਅਭਿਆਸ ਕੀਤਾ। ਇਹ ਹਉਮੈ ਕਰਨੀ ਹੀ ਨਹੀਂ ਹੈ। ਤੇ ਕਹਿੰਦੇ ਸੰਸਾਰ ਪੇਕੇ 'ਚ ਰਹਿੰਦੇ ਆ ਜਿਨ੍ਹਾਂ ਜੀਵਾਂ ਨੇ ਹਉਮੈ ਨੂੰ ਮਾਰ ਲਿਆ, ਹੰਕਤਾ ਮਮਤਾ ਮੈਂ ਮੇਰੀ ਦੂਰ ਕਰ ਲਈ, ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ। ਉਹਨਾਂ ਗੁਰ ਸ਼ਬਦ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲਿਆ ਹੈ, ਵਾਹਿਗੁਰੂ ਨੂੰ ਜਾਣ ਲਿਆ ਹੈ। ਸੇਜ ਸੁਹਾਵੀ ਸਦਾ ਪਿਰ ਰਾਵੀ, ਫਿਰ ਉਹ ਜੀਵ ਇਸਤਰੀਆਂ, ਉਹ ਜਗਿਆਸੂ ਜਨ, ਉਹਨਾਂ ਦੀ ਹਿਰਦਾ ਰੂਪੀ ਸੇਜਾ ਜਿਹੜੀ ਹੈ ਨਾ, ਸਦਾ ਹੀ ਸ਼ੁਭ ਗੁਣਾਂ ਦੇ ਸਹਿਤ ਸੁਹਾਵੀ ਸੇਜਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸੁਖ ਦੀ ਸੇਜਾ ਹੈ ਜਿਹੜਾ ਹਿਰਦੇ 'ਚ ਚੰਗੇ ਗੁਣ ਵਸਣੇ, ਔਗਣਾਂ ਦਾ ਤਿਆਗ ਹੋ ਜਾਣਾ। ਇਹੀ ਮਾਲਕ ਦੇ ਨਾਲ ਮਿਲਣ ਦੇ ਵਾਸਤੇ ਸੇਜ ਹੈ। ਇਹੀ ਸੋਹਣੀਆਂ ਵਿਛਾਈਆਂ ਹਨ, ਸੇਜ ਸੁਹਾਵੀ ਸਦਾ ਪਿਰ ਰਾਵੇ। ਤੇ ਉਹ ਗੁਰਮੁਖ ਜੀਵ ਇਸਤਰੀਆਂ ਗੁਰੂ ਦੇ ਬਚਨ ਮੰਨਣ ਵਾਲੀਆਂ, ਉਹਨਾਂ ਦੀ ਹਿਰਦੇ ਰੂਪੀ ਸੇਜਾ ਸੋਹਣੀ ਹੋ ਜਾਂਦੀ ਹੈ ਚੰਗੇ ਗੁਣਾਂ ਦੇ ਸਹਿਤ, ਤੇ ਸਦਾ ਪਰਮੇਸ਼ਰ ਦੀ ਭਗਤੀ ਰੂਪੀ ਮਹਿਕ ਆਉਂਦੀ ਹੈ ਉਹਨਾਂ ਦੀ ਇਸ ਸੇਜ ਤੋਂ। ਇਹੀ ਉਹਨਾਂ ਫੁੱਲਾਂ ਦਾ ਵਸਾਉਣਾ ਕੀਤਾ ਹੈ। ਤੇ ਸਦਾ ਹੀ ਫਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੇ ਮਾਣਦੀਆਂ ਭੋਗਦੀਆਂ ਨੇ। ਇੱਕ ਤਾਂ ਹੁੰਦੇ ਸਰੀਰ ਦੇ ਭੋਗ ਪਦਾਰਥ, ਇਹ ਇੱਥੇ ਅੰਤਰੀਵ ਆਨੰਦ ਦੀ ਗੱਲ ਚੱਲ ਰਹੀ ਹੈ ਵੀ ਉਹ ਗੁਰਮੁਖ ਸਦਾ ਹੀ ਵਾਹਿਗੁਰੂ ਦੇ ਨਾਲ ਅਭੇਦ ਹੋਏ ਹਿਰਦੇ ਰੂਪੀ ਸੇਜਾ ਤੇ ਮਾਲਕ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੇ ਹਨ, ਆਨੰਦ ਨੂੰ ਸਦਾ ਭੋਗਦੇ ਹਨ। ਸਚ ਸੀਗਾਰ ਬਣਾਵਣਿਆ, ਉਹਨਾਂ ਸੱਚੇ ਵਾਹਿਗੁਰੂ ਦੇ ਨਾਮ ਜਪਣ ਦਾ ਹੀ ਸ਼ਿੰਗਾਰ ਬਣਾਇਆ ਹੈ। ਜਾਂ ਸ਼ਿੰਗਾਰ ਤਾਂ ਕਹਿੰਦੇ ਬਹੁਤ ਤਰ੍ਹਾਂ ਦੇ ਚੱਲਦੇ ਨੇ, ਬਹੁਤ ਬੀਬੀਆਂ ਸ਼ਿੰਗਾਰ ਕਰਦੀਆਂ ਹਨ, ਪਰ ਜੋ ਪਤੀ ਵਰਤਾ ਹੈ ਸ਼ਿੰਗਾਰ ਤਾਂ ਉਹਦਾ ਹੀ ਸੋਹਣਾ ਹੈ ਨਾ। ਇਸੇ ਤਰ੍ਹਾਂ ਜੀਵ ਤਾਂ ਬੜੇ ਕਹਿੰਦੇ ਵੀ ਅਸੀਂ ਸੰਤ ਹੈ, ਕੋਈ ਕਹਿੰਦਾ ਅਸੀਂ ਭਗਤ ਹੈ, ਅਸੀਂ ਤਾਂ ਬਹੁਤ ਕਹਿੰਦੇ ਵੀ ਭਲੇ ਹੈ ਜੀ, ਅਸੀਂ ਮਨ 'ਚ ਕਦੀ ਕਿਸੇ ਦਾ ਮਾੜਾ ਨਹੀਂ ਕਰਦੇ। ਕਹਿਣ ਨੂੰ ਤਾਂ ਬਹੁਤ ਕਹਿੰਦੇ ਆ, ਇਹ ਸਮਝ ਲਓ ਸ਼ਿੰਗਾਰ ਹੀ ਹੈ। ਜਿਹੜਾ ਕਹਿਣਾ ਵੀ ਮੈਂ ਚੰਗਾ ਹਾਂ, ਸਾਡਾ ਜੀਵਨ ਬੜਾ ਚੰਗਾ, ਅਸੀਂ ਤੇ ਗੁਰਮੁਖ ਹੈ, ਸੰਤ ਹੈ, ਭਗਤ ਹੈ, ਜਾਂ ਕੋਈ ਸਾਧਨ ਕਰਨੇ, ਅਨੇਕਾਂ ਪ੍ਰਕਾਰ ਦੇ ਸਾਧਨ ਕਰਨੇ, ਇਹ ਸਾਰਾ ਕੁਝ ਕਿਹਾ ਹੋਇਆ ਤਾਂ ਸਫਲਾ ਹੈ ਜੇ ਵਾਹਿਗੁਰੂ ਮਿਲਿਆ। ਤੇ ਜਿਨ੍ਹਾਂ ਨੂੰ ਵਾਹਿਗੁਰੂ ਮਿਲ ਗਿਆ ਉਹਨਾਂ ਦਾ ਧਰਮ ਦਾ ਕੀਤਾ ਹੋਇਆ ਸ਼ਿੰਗਾਰ ਵੀ ਸੱਚਾ ਬਣ ਆਇਆ ਹੈ ਨਾਮ ਜਪਣ ਕਰਕੇ। ਹਾਂ ਠੀਕ ਹੈ ਵੀ ਵਾਕਈ ਇਹ ਸੰਤ ਹੈ, ਕਿਉਂ ਇਹਦਾ ਸ਼ਿੰਗਾਰ ਵਾਹਿਗੁਰੂ ਨੂੰ ਪ੍ਰਵਾਨ ਹੋ ਗਿਆ, ਇਹ ਸਵਾਸ ਸਵਾਸ ਨਾਮ ਜਪਦਾ ਹੈ। ਵਾਕਈ ਵੀ ਇਹ ਗੁਰਮੁਖ ਹੈ, ਇਹਨਾਂ ਦਾ ਮਨ ਵਾਕਈ ਸਾਫ਼ ਹੈ। ਇਹ ਸ਼ਿੰਗਾਰ ਫਿਰ ਉਹਨਾਂ ਦਾ ਵਾਹਿਗੁਰੂ ਨੂੰ ਕਬੂਲ ਹੋ ਜਾਂਦਾ। ਸੋ ਜਿਹੜੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਇਕਮਿਕ ਹੋਏ ਨੇ, ਸੱਚਾ ਨਾਮ ਜਪਦੇ ਨੇ, ਉਹਨਾਂ ਦੇ ਸਾਧਨਾ ਦੇ ਸ਼ਿੰਗਾਰ ਕੀਤੇ ਹੋਏ ਬਿਲਕੁਲ ਸਹੀ ਹਨ, ਉਹਨਾਂ ਦਾ ਸ਼ਿੰਗਾਰ ਸਫਲਾ ਬਣ ਆਇਆ ਹੈ। ਲੱਖ 84 ਜੀ ਉਪਾਈ, ਮਹਾਰਾਜ ਕਹਿੰਦੇ ਵਾਹਿਗੁਰੂ ਨੇ 84 ਲੱਖ ਜੀਵ ਪੈਦਾ ਕੀਤੇ ਹਨ। ਨਦਰ ਕਰੀ ਤਿਸ ਗੁਰੂ ਮਿਲਾ, ਜਿਹਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮੇਲ ਦਿੰਦਾ, ਸੱਚੇ ਗੁਰਾਂ ਦੀ ਸੰਗਤ ਵਿੱਚ ਮੇਲਦਾ ਹੈ। ਫਿਰ ਬਿਖ ਕਾਟ ਸਦਾ ਜਨ ਨਿਰਮਲ, ਜਿਹੜੇ
ਗੁਰਾਂ ਨਾਲ ਮਿਲੇ ਆ ਉਹਨਾਂ ਦੇ ਕਿਲਬਿਖ ਸਭ ਪਾਪ ਪਿਛਲੇ ਕੀਤੇ ਮਾਫ ਕਰ ਦਿੱਤੇ, ਅੱਗੇ ਪਾਪ ਕਰਨ ਹੀ ਨਾ, ਇਹੋ ਜੀ ਮਹਾਰਾਜ ਨੇ ਅਕਲ ਦੇ ਦਿੱਤੀ। ਤੇ ਜਿਨ੍ਹਾਂ ਦੇ ਪਾਪ ਮਹਾਰਾਜ ਸਾਹਿਬ ਨੇ ਧੋਤੇ ਦੂਰ ਕਰ ਦਿੱਤੇ, ਉਹ ਜਨ ਸਦਾ ਨਿਰਮਲ ਨੇ, ਨੇਕ ਆਚਰਣ, ਨੇਕ ਜੀਵਨ, ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਦਰ ਸਚੈ ਨਾਮ ਸੁਹਾਵਣਿਆ। ਉਹ ਨਾਮ ਸੱਚੇ ਦਾ ਜਪਦੇ ਹੋਏ ਸੱਚੇ ਪਰਮੇਸ਼ਰ ਦੇ ਦਰ ਦੇ ਵਿੱਚ ਸੁਹਾਵਣਿਆ ਸੋਭਨੀਕ ਹੁੰਦੇ, ਸੋਹਣੇ ਫੱਬਦੇ ਨੇ ਮਾਲਕ ਦੇ ਘਰ 'ਚ ਬੈਠੇ ਹੋਏ। ਉਹ ਘਰ ਵਾਲੇ ਬਣ ਜਾਂਦੇ ਹਨ। ਉਹ ਰੂਹਾਂ ਵਾਹਿਗੁਰੂ ਦੇ ਮਿਲਾਪ ਦੇ ਕਰਕੇ ਆਨੰਦ ਮਾਣਦੇ ਨੇ। ਦਰ ਕੀ ਹੈ? ਦਰ ਨਾਮ ਗਿਆਨ ਦਾ ਹੈ। ਉਹ ਸੱਚੇ ਦੇ ਗਿਆਨ ਦੇ ਵਿੱਚ ਅਸਥਿਤ ਹੋਏ, ਨਾਮ ਜਪਦੇ ਹੋਏ ਸੁਹਾਵਣਿਆ ਸ਼ੋਭਾ ਦੇ ਸਹਿਤ, ਵਡਿਆਈ ਦੇ ਸਹਿਤ ਹੋਏ ਨੇ। ਸਾਧ ਸੰਗਤ ਵਿੱਚ ਵੀ ਨਾਮ ਜਪਦਿਆਂ ਸੋਹਣੇ ਲੱਗਦੇ ਨੇ, ਸੱਚਖੰਡ ਵਿੱਚ ਵੀ ਨਾਮ ਜਪਣੇ ਕਰਕੇ ਉਹ ਸ਼ੋਭਾ ਪਾਉਂਦੇ ਹਨ। ਲੇਖਾ ਮੰਗੈ ਤਾ ਕਿਨ ਦੀਐ। ਮਹਾਰਾਜ ਸਾਹਿਬ ਜੀ ਕਹਿੰਦੇ, ਪਿਆਰਿਓ, ਜੇ ਲੇਖਾ ਹਿਸਾਬ ਕਿਤਾਬ ਹੋਵੇਗਾ ਤਾਂ ਕਦੀ ਵੀ ਅਸੀਂ ਬਖਸ਼ੇ ਨਹੀਂ ਜਾ ਸਕਦੇ, ਕਦੀ ਵੀ ਸਾਡਾ ਭਲਾ ਨਹੀਂ ਹੋਣਾ। ਵੀ ਜਦੋਂ ਕੋਈ ਲੇਖਾ ਹੁੰਦਾ ਨਾ, ਹਿਸਾਬ ਕਿਤਾਬ, ਕਿ ਵੀ ਤੂੰ ਇੰਨੇ ਸਵਾਸ ਲਏ, ਨਾਮ ਕਿੰਨਾ ਜਪਿਆ, ਪਾਪ ਕਿੰਨੇ ਕੀਤੇ, ਜਦੋਂ ਇਹ ਲੇਖਾ ਹਿਸਾਬ ਕਿਤਾਬ ਹੋਣ ਲੱਗ ਪਿਆ ਤਾਂ ਫੇਰ ਨਹੀਂ ਆਪਣਾ ਛੁਟਕਾਰਾ ਹੋ ਸਕਦਾ। ਮਹਾਰਾਜ ਸਾਹਿਬ ਕਹਿੰਦੇ ਲੇਖਾ ਮੰਗ ਹੈ। ਜਦੋਂ ਵਾਹਿਗੁਰੂ ਲੇਖਾ ਮੰਗਦਾ ਹੈ ਜੀਵ ਦੇ ਕੋਲੋਂ, ਤਾ ਕਿਨ ਦੀਐ, ਤਾਂ ਕਹਿੰਦੇ ਵੀ ਕਿਸ ਦੇ ਪਾਸੋਂ ਉਦੋਂ ਲੇਖਾ ਦਿੱਤਾ ਜਾਵੇਗਾ? ਕੋਈ ਲੇਖਾ ਦੇ ਹੀ ਨਹੀਂ ਸਕਦਾ। ਕੋਈ ਮਾਲਕ ਦੇ ਦਰ ਤੇ ਕਹਿ ਨਹੀਂ ਸਕਦਾ ਵੀ ਅਸੀਂ ਬਿਲਕੁਲ ਠੀਕ ਹੈ। ਹਿਸਾਬ ਕਿਤਾਬ ਦੇ ਵਿੱਚ ਨਹੀਂ ਅਸੀਂ ਖਰੇ ਉਤਰ ਸਕਦੇ। ਸੁਖ ਨਹੀਂ ਫੁਨ ਦੂਐ ਤੀਐ। ਤੇ ਕਹਿੰਦੇ ਦੂਜੇ ਤੀਜੇ 'ਚ ਲੱਗਣ ਕਰਕੇ ਸੁਖ ਨਹੀਂ ਹੋਣਾ ਪਿਆਰਿਓ। ਦੂਆ ਤੀਆ ਕੀ ਹੈ? ਵੀ ਦੂਜੀ ਜੋ ਦਵੈਤ, ਦੂਈ ਦਵੈਤ ਮਾਇਆ 'ਚ ਲੱਗਣ ਕਰਕੇ ਵੀ ਸੁਖ ਨਹੀਂ ਹੈ। ਤੇ ਤੀਏ ਤੋਂ ਭਾਵ ਰਜੋ ਤਮੋ ਸਤੋ, ਤਿੰਨ ਗੁਣਾਂ 'ਚ ਲੱਗਣ ਕਰਕੇ ਵੀ ਸੁਖ ਨਹੀਂ ਹੈ। ਇਹਨਾਂ ਚੀਜ਼ਾਂ 'ਚ ਲੱਗਣ ਕਰਕੇ ਕਦੀ ਸੁਖ ਨਹੀਂ ਪ੍ਰਾਪਤ ਹੁੰਦਾ। ਜਾਂ ਕਹਿੰਦੇ ਦੂਜੇ ਤੀਜੇ ਨੇ ਥੋੜਾ ਲੇਖਾ ਦੇਣਾ। ਜੇ ਤੂੰ ਕਰਮ ਕੀਤੇ ਆ ਤਾਂ ਲੇਖਾ ਤੇਰੇ ਪਾਸੋਂ ਹੀ ਲੈਣਾ ਉਸ ਮਾਲਕ ਨੇ। ਤੇਰੇ ਥਾਂ ਦੇ ਕੋਈ ਦੂਜਾ, ਕੋਈ ਤੀਜਾ ਆਖੇ ਵੀ ਉਹ ਲੇਖਾ ਦੇ ਦੂ, ਉਹ ਹਿਸਾਬ ਦੇ ਦੂਗਾ ਨਾ। ਜਿਹੋ ਜਿਹੇ ਕਰਮ ਤੈਅ ਕੀਤੇ ਆ ਉਹਦਾ ਹਿਸਾਬ ਕਿਤਾਬ ਤੇਰੇ ਕੋਲੋਂ ਹੀ ਪੁੱਛਿਆ ਜਾਣਾ ਹੈ। ਤੇ ਜੇ ਦੂਈ ਦਵੈਤ ਵਾਲੇ, ਤਿੰਨਾਂ ਗੁਣਾਂ ਵਾਲੇ ਕੰਮ ਕੀਤੇ ਹੋਣਗੇ, ਕਦੀ ਵੀ ਆਤਮਿਕ ਸੁਖ ਨਹੀਂ ਮਿਲੇਗਾ। ਆਪੇ ਬਖਸ਼ ਲਈ ਪ੍ਰਭ ਸਾਚਾ। ਫੇਰ ਮਹਾਰਾਜ ਹੁਣ ਕੀ ਹੋ ਸਕਦਾ ਹੈ? ਤੁਸੀਂ ਕਿਰਪਾ ਕਰੋ। ਕਿਉਂਕਿ ਗੁਰਮੁਖ ਤਾਂ ਫੇਰ ਵੀ ਏਦਾਂ ਬੇਨਤੀਆਂ ਕਰਦੇ ਰਹਿੰਦੇ, ਮਹਾਰਾਜ ਇਹਨਾਂ ਨੇ ਹਿਸਾਬ ਕਿਤਾਬ ਦੇ ਕੇ ਲੇਖੇ ਕਤੇ ਨਾ ਛੁੱਟੀਏ, ਛੁੱਟਿਆ ਨਹੀਂ ਜਾਣਾ ਇਹਨਾਂ ਸਾਡੇ ਜੀਵਾਂ ਦੇ ਕੋਲੋਂ। ਇਹਨਾਂ ਨੂੰ ਬਖਸ਼ ਲਓ ਮਹਾਰਾਜ, ਤੁਸੀਂ ਬਖਸ਼ਣ ਵਾਲੇ ਹੋ, ਫਿਰ ਕੋਈ ਹੱਲ ਹੋ ਨਹੀਂ ਸਕਦਾ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੱਲ ਇਹੀ ਹੋ ਸਕਦਾ ਵੀ ਆਪੇ ਬਖਸ਼ ਲਏ ਪ੍ਰਭ ਸਾਚਾ। ਕਹਿੰਦੇ ਆਪ ਹੀ ਸੱਚਾ ਪਰਮੇਸ਼ਰ ਗੁਰਾਂ ਰਾਹੀਂ ਕਿਰਪਾ ਕਰਕੇ ਬਖਸ਼ ਲਵੇ, ਜਿਨ੍ਹਾਂ ਦੇ ਉੱਤੇ ਰਹਿਮਤ ਕਰ ਦਵੇ, ਉਹਨਾਂ ਦੇ ਜਿਹੜੇ ਹਨ ਇਹ ਹਿਸਾਬ ਕਿਤਾਬ ਨੂੰ ਆਪ ਹੀ ਦੂਰ ਕਰ ਦਵੇ ਗੁਰੂ ਦੀ ਕਿਰਪਾ ਨਾਲ। ਆਪੇ ਬਖਸ਼ ਮਿਲਾਵਣਿਆ। ਉਹ ਵਾਹਿਗੁਰੂ ਆਪ ਹੀ ਗੁਰਾਂ ਦੇ ਨਾਲ ਮੇਲ ਕੇ, ਗੁਰਾਂ ਦੇ ਰਾਹੀਂ ਉਹਨਾਂ ਦੇ ਅਵਗੁਣਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾਵਣਿਆ ਮਿਲਾ ਲੈਂਦਾ ਹੈ। ਭਾਵ ਇੱਥੇ ਇਹ ਜਣਾਇਆ ਹੈ ਵੀ ਹਮੇਸ਼ਾ ਵਾਹਿਗੁਰੂ ਦੀ ਰਹਿਮਤ ਮੰਗੋ, ਚੰਗੇ ਕਰਮ ਕਰੋ, ਆਚਰਣ ਚੰਗਾ ਰੱਖੋ, ਪਰ ਚੰਗੇ ਕੰਮ ਕਰਦਿਆਂ ਵੀ ਹਉਮੈ ਨਹੀਂ ਕਰਨੀ। ਇਹੀ ਆਖਣਾ ਮਹਾਰਾਜ ਤੂੰ ਕਿਰਪਾ ਕਰੇ ਤਾਂ ਹੀ ਬਖਸ਼ੇ ਜਾ ਸਕਦੇ ਆ। ਕਿਉਂਕਿ ਲੇਖਾ ਕਤੇ ਨਾ ਛੂਟੀ ਐ, ਖਿਨ ਖਿਨ ਭੂਲਨ ਹਾਰ। ਫਿਰ ਅਰਦਾਸ ਹੀ ਕਰੋ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਤੂੰ ਬਖਸ਼ਣ ਹਾਰ, ਬਖਸ਼ਿੰਦਾ, ਬਖਸ਼ੀ ਲੈ ਸਾਨੂੰ। ਉੱਦਾਂ ਜੇ ਹਿਸਾਬ ਕਿਤਾਬ ਕਰਨ ਲੱਗ ਪਿਆ, ਗੁਣ ਸਾਡੇ 'ਚ ਹੈ ਕੋਈ ਨਹੀਂ, ਔਗਣ ਸਾਡਿਆਂ ਦਾ ਅੰਤ ਕੋਈ ਨਹੀਂ ਆਉਣਾ। ਤੇ ਮਹਾਰਾਜ ਸਾਹਿਬ ਆਪ ਹੀ ਬਖਸ਼ ਕੇ ਆਪਣੇ ਨਾਲ ਮੇਲਣਾ ਕਰੋ। ਐਵੇਂ ਅਰਦਾਸ ਕਰਦਾ ਰਹੇ। ਤੀਸਰੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਆਪ ਹੀ ਬਖਸ਼ ਕੇ ਮਿਲਾ ਲੈਂਦਾ ਹੈ ਜੀਵਾਂ ਨੂੰ। ਆਪ ਕਰੀ ਤੈ ਆਪ ਕਰਾਈ। ਆਪ ਹੀ ਪਰਮੇਸ਼ਰ ਜੀਵਾਂ ਦੇ ਵਿੱਚ ਬੈਠ ਕੇ ਸਭ ਕੁਝ ਕਹਿੰਦੇ ਵੀ ਕਰ ਰਿਹਾ ਹੈ, ਜਾਂ ਸਾਰੇ ਜਗਤ ਨੂੰ ਆਪ ਹੀ ਉਹ ਪੈਦਾ ਕਰ ਰਿਹਾ ਹੈ। ਤੇ ਆਪ ਹੀ ਅੱਗੇ ਤਿੰਨਾਂ ਗੁਣਾਂ ਦੇ ਰਾਹੀਂ ਜਗਤ ਦੀ ਪੈਦਾਇਸ਼ ਕਰਾ ਰਿਹਾ ਹੈ, ਜਾਂ ਸਭ ਕੁਝ ਆਪ ਹੀ ਕਰਦਾ ਹੈ। ਵਿਆਪਕ ਰੂਪ ਹੋਣ ਕਰਕੇ
ਆਪ ਹੀ ਜੀਵਾਂ ਦੇ ਕੋਲੋਂ ਕਰਾ ਰਿਹਾ, ਭਾਵ ਚੇਤਨ ਸੱਤਾ ਉਹਦੀ ਹੀ ਚੱਲ ਰਹੀ ਹੈ ਸਭ ਅੰਦਰ। ਪੂਰੇ ਗੁਰ ਕੈ ਸ਼ਬਦ ਮਿਲਾਈ, ਪੂਰੇ ਗੁਰੂ ਸਾਹਿਬ ਜੀ ਦੇ ਜੇ ਸ਼ਬਦ ਦੀ ਕਮਾਈ ਕਰੀਏ ਤਾਂ ਗੁਰ ਸ਼ਬਦ ਦੁਆਰਾ ਆਪਣੇ ਨਾਲ ਮਿਲਾਏ ਮੇਲ ਲੈਂਦਾ ਹੈ ਵਾਹਿਗੁਰੂ। ਨਾਨਕ ਨਾਮ ਮਿਲੈ ਵਡਿਆਈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਵਡਿਆਈ ਪ੍ਰਾਪਤ ਹੁੰਦੀ ਹੈ। ਆਪੀ ਮੇਲ ਮੇਲਾ ਬਣਿਆ, ਜਿਨ੍ਹਾਂ ਨੂੰ ਗੁਰਾਂ ਦੁਆਰਾ ਆਪਣਾ ਨਾਮ ਜਪਾਉਂਦਾ ਵਾਹਿਗੁਰੂ ਆਪ ਹੀ ਗੁਰਾਂ ਦੇ ਮੇਲ ਵਿੱਚ ਮੇਲ ਕੇ ਤੇ ਆਪਣੇ ਨਾਲ ਮਿਲਾਵਣਿਆ ਮਿਲਾ ਲੈਂਦਾ ਹੈ, ਮਿਲਾਉਣ ਹਾਰਾ ਹੈ। ਭਾਵ ਕਿ ਸਾਰੀ ਤਾਕਤ ਗੁਰੂ ਦੇ ਹੱਥ ਵਿੱਚ ਦਿੱਤੀ ਹੋਈ ਹੈ। ਪਰਮੇਸ਼ਰ ਨੇ ਗੁਰਾਂ ਦੇ ਰਾਹੀਂ ਆਪ ਹੀ ਨਾਮ ਦੀਆਂ ਵਡਿਆਈਆਂ ਬਖਸ਼ ਕੇ ਗੁਰ ਸ਼ਬਦ ਦੀ ਕਮਾਈ ਅਭਿਆਸ ਕਰਾ ਕੇ ਆਪਣੇ ਨਾਲ ਮੇਲ ਲੈਂਦਾ ਹੈ। ਤੇ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਨਾਲ ਮਿਲੇ ਹਨ, ਉਹਨਾਂ ਨੂੰ ਤਾਂ ਮਹਾਰਾਜ ਨੇ ਕਿਹਾ ਨਾ ਵੀ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਾਣੇ ਆਵਨ ਕਾਹੈ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ। ਐਸੇ ਹੀ ਗੁਰਮੁਖ ਬ੍ਰਹਮ ਗਿਆਨੀ ਜਤੀ ਸਤੀ ਵੀਰ ਬਹਾਦਰ ਸਿਰਲਥ ਜੋਧੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਸਾਧ ਸੰਗਤ ਜੀ ਪਵਿੱਤਰ ਜਨਮ ਦਿਹਾੜਾ ਹੈ। ਗੁਰਸਿੱਖ ਪਿਆਰੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਨ। 1682 ਦੇ ਵਿੱਚ 14 ਮਾਘ ਨੂੰ ਪੋਵਿੰਡ ਨਗਰ ਦੇ ਵਿੱਚ ਭਾਈ ਭਗਤਾ ਜੀ ਦੇ ਗ੍ਰਹਿ ਮਾਈ ਜਿਉਣੀ ਦੀ ਕੁੱਖੋਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਗੁਰਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਤੇ ਗੁਰਸਿੱਖੀ ਦੀ ਗੁੜਤੀ ਬਚਪਨ ਤੋਂ ਹੀ ਮਿਲ ਗਈ ਨਾ। ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਵੀ ਬਚਪਨ ਛੋਟੀ ਉਮਰੇ ਪ੍ਰਾਪਤ ਹੋ ਗਏ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ। ਆਨੰਦਪੁਰ ਸਾਹਿਬ ਜਦੋਂ ਕਿਸ਼ੋਰ ਅਵਸਥਾ ਸੀ, ਜਦੋਂ ਚੜ੍ਹਦੀ ਜਵਾਨੀ ਦਾ ਸਮਾਂ ਹੈ, ਉਦੋਂ ਬਾਬਾ ਦੀਪ ਸਿੰਘ ਸਾਹਿਬ ਨੂੰ ਗੁਰੂ ਕਲਗੀਧਰ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਿਆ। ਸੇਵਾ ਵੀ ਕੀਤੀ। ਮਹਾਰਾਜ ਸਾਹਿਬ ਦੇ ਦਰ ਰਹਿ ਕੇ ਅੰਮ੍ਰਿਤ ਛਕਿਆ ਸਿੰਘ ਸਜੇ। ਤੇ ਬਚਪਨ ਦੇ ਵਿੱਚ ਨਾਮ ਤਾਂ ਦੀਪ ਹੀ ਰੱਖਿਆ ਸੀ। ਮਹਾਰਾਜ ਸਾਹਿਬ ਜੀ ਨੇ ਦੀਪ ਦੇ ਨਾਲ ਸਿੰਘ ਲਾ ਕੇ ਤੇ ਦੀਪ ਸਿੰਘ ਕਰ ਦਿੱਤਾ। ਤੇ ਉਹ ਮਹਾਰਾਜ ਗੁਰੂ ਸਾਹਿਬ ਜੀ ਦਾ ਐਸਾ ਥਾਪੜਾ ਮਿਲਿਆ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਸਦਾ ਵਾਸਤੇ ਇਤਿਹਾਸ ਦੇ ਵਿੱਚ ਸਾਧ ਸੰਗਤ ਅਮਰ ਹੋ ਗਿਆ। ਉਹਨਾਂ ਕਮਾਈ ਕੀਤੀ ਹੈ। ਜਿਹੜੇ ਗੁਰਸਿੱਖਾਂ ਦਾ ਆਪਾਂ ਜੀਵਨ ਦੀ ਕੋਈ ਗਾਥਾ ਕਹਿੰਦੇ, ਜਿਨ੍ਹਾਂ ਦੇ ਆਪਾਂ ਨਾਮ ਲੈ ਰਹੇ ਆ ਨਾ, ਇਹ ਉਹ ਨੇ ਜਿਨ੍ਹਾਂ ਦੀ ਨਿਭ ਗਈ ਹੈ। ਤੇ ਨਿਭੀ ਵੀ ਐਸੀ ਆ ਵੀ ਆਪਣੀ ਤਾਂ ਨਿਭਾ ਗਏ ਨੇ, ਆਪਣੇ ਨਾਲ ਕਈਆਂ ਨੂੰ ਹੋਰ ਵੀ ਤਾਰ ਗਏ ਨੇ, ਕਈਆਂ ਨੂੰ ਹੋਰ ਬੰਨੇ ਲਾ ਗਏ ਨੇ। ਬਾਬਾ ਦੀਪ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਕੋਲੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ। ਆਨੰਦਪੁਰ ਸਾਹਿਬ ਰਹਿੰਦੇ ਆ ਜੋ ਗੁਰਬਾਣੀ ਦੇ ਅੱਖਰ ਪੜ੍ਹਨੇ, ਇਹ ਭਾਈ ਮਨੀ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਸੰਥਿਆ ਦਿੱਤੀ। ਸ਼ਸਤਰ ਵਿਦਿਆ ਉੱਥੇ ਅਭਿਆਸ ਕਰਦੇ ਰਹੇ। ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਨਿਗਰਾਨੀ ਵਿੱਚ ਰਹੇ ਤਾਂ ਹੁਣ ਗੁਰਾਂ ਨੇ ਕਈ ਕਾਰਜ ਕਿਹਦੇ ਕੋਲੋਂ ਕਰਾਉਣੇ ਐ ਹਿਸਾਬ ਰੱਖਿਆ ਸੀ। ਜਦੋਂ ਆਨੰਦਪੁਰ ਸਾਹਿਬ ਦਾ ਆਖਰੀ ਜੰਗ ਹੋਇਆ, ਪਹਿਲਾਂ ਹੀ ਮਹਾਰਾਜ ਨੇ ਬਾਬਾ ਦੀਪ ਸਿੰਘ ਨੂੰ ਨਗਰ ਭੇਜਿਆ ਵੀ ਤੁਸੀਂ ਉੱਥੇ ਜਾਓ, ਤੁਹਾਡੀ ਜਦੋਂ ਫੇਰ ਲੋੜ ਹੋਵੇਗੀ ਅਸੀਂ ਉਦੋਂ ਸੇਵਾ ਲਵਾਂਗੇ। ਤੇ ਮਹਾਰਾਜ ਜਦੋਂ ਦਮਦਮੇ ਸਾਹਿਬ ਪਹੁੰਚੇ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣੇ ਆਰੰਭ ਕੀਤੇ। ਆਪਣੇ ਕੰਠੋਂ ਬਾਣੀ ਉਚਾਰਦੇ ਹੁੰਦੇ ਸਨ ਦਸਮ ਪਾਤਸ਼ਾਹ ਭਾਈ ਮਨੀ ਸਿੰਘ ਜੀ ਲਿਖਦੇ ਸਨ। ਤੇ ਲਿਖਣ ਵਾਸਤੇ ਹੁਣ ਉਦੋਂ ਕਲਮਾਂ ਦੀ ਸਿਆਹੀ ਦੀ ਬਹੁਤ ਜ਼ਰੂਰਤ ਸੀ, ਕਿਉਂਕਿ ਕਲਮਾਂ ਤੇ ਸਿਆਹੀ ਦੇ ਨਾਲ ਹੀ ਲਿਖਤ ਹੁੰਦੀ ਸੀ। ਜਿਸ ਕਰਕੇ ਇਹ ਸਾਰੀ ਸਹੂਲਤ ਬਾਬਾ ਦੀਪ ਸਿੰਘ ਮੁਹੱਈਆ ਕਰਾਉਂਦੇ। ਸਿਆਹੀ ਬਣਾਉਣੀ ਇਹ ਵੀ ਇੱਕ ਬਹੁਤ ਘਾਲਣਾ ਸੀ ਉਹਨਾਂ ਸਮਿਆਂ ਦੇ ਵਿੱਚ। ਕਲਮਾਂ ਘੜ ਕੇ ਲਿਆਉਣੀਆਂ, ਫਿਰ ਜਦੋਂ ਉਹਨਾਂ ਦਾ ਹੁਕਮ ਹੋਣਾ ਨਾਲ ਲਿਖਣ ਵੀ ਬੈਠ ਜਾਣਾ। ਤੇ ਆਪਣਾ ਜੀਵਨ ਹਰ ਵੇਲੇ ਗੁਰੂ ਨੂੰ ਸਮਰਪਿਤ ਰੱਖਿਆ। ਪਾਤਸ਼ਾਹ ਦੀਆਂ ਐਸੀਆਂ ਬਖਸ਼ਿਸ਼ਾਂ ਹੋਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਰਥ ਪੜ੍ਹਾਏ। ਫਿਰ ਸੰਥਿਆ ਗੁਰਬਾਣੀ ਦੀ ਭਾਈ ਮਨੀ ਸਿੰਘ ਨੇ ਕਾਲਜ ਰਹਿ ਕੇ ਹੀ ਪ੍ਰਾਪਤ ਕੀਤੀ ਹੈ, ਕਿਉਂਕਿ ਕਾਲਜ ਤਾਂ ਇਹ ਸਾਰੇ ਬਣੇ ਨੇ ਨਾ 47 ਤੋਂ ਬਾਅਦ, ਜਾਂ ਇਹ ਕੁਝ ਸਮਾਂ ਪਹਿਲਾਂ ਕੁਝ ਖਾਲਸਾ ਕਾਲਜ ਥੋੜ੍ਹਾ ਜ਼ਿਆਦਾ ਪੁਰਾਣਾ, ਉੱਥੋਂ ਦੇ ਗਿਆਨੀ ਵੀ ਬਹੁਤ ਹੋਏ ਨੇ। ਉਹਨਾਂ ਗਿਆਨੀਆਂ ਤੋਂ ਪੜ੍ਹ ਕੇ ਅੱਗੇ ਕਈ ਹੋਰ ਕਾਲਜ ਬਣ ਗਏ।
ਪਰ ਵਿਦਿਆ ਸਾਰੀ ਇਹ ਉੱਥੋਂ ਹੀ ਆਈ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੋਂ, ਬਾਬਾ ਦੀਪ ਸਿੰਘ ਤੇ ਮਨੀ ਸਿੰਘ ਜੀ ਦੇ ਰਾਹੀਂ। ਤੇ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਪੰਥ ਮਨਾ ਰਿਹਾ ਹੈ, ਉਹਨਾਂ ਦੇ ਗੁਣ ਭਾਵੇਂ ਆਪਾਂ ਕਈ ਵਾਰ ਕਹੇ ਸੁਣੇ ਨੇ, ਪਰ ਵਾਰ-ਵਾਰ ਕਹਿਣ ਨਾਲੋਂ ਤਾਜ਼ੇ ਹੋ ਜਾਂਦੇ ਆ ਤੇ ਥੋੜੀ ਸਾਨੂੰ ਪ੍ਰੇਰਨਾ ਮਿਲਦੀ ਹੈ। ਇਹੋ ਜਿਹਾ ਜੀਵਨ ਉਹਨਾਂ ਦਾ ਬਣ ਗਿਆ ਸੀ। ਸਾਧ ਸੰਗਤ ਸੇਵਾ ਕਰਨੇ ਕੀ ਕੀਤਾ ਵੀ ਇੱਕ ਦਿਨ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਬਾਣੀ ਆਰੰਭ ਕਰਦੇ ਤੇ ਮੱਧ ਤੀਕਰ ਦਾ ਨਿਤਨੇਮ ਕਰ ਲੈਂਦੇ। ਇੰਨੀ ਬਾਣੀ ਚਲੰਤ ਹੋ ਗਈ, ਸੁਰਤੀ ਨਾਲ ਹੀ ਪਾਠ ਹੋਈ ਜਾਂਦਾ। ਤੇ ਫਿਰ ਅਗਲੇ ਦਿਨ ਉਹਦਾ ਭੋਗ ਪਾ ਲੈਂਦੇ। ਉਹਨਾਂ ਦਾ ਨਿਤਨੇਮ ਬਣ ਗਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੋਵਾਂ ਦਿਨਾਂ ਦੇ ਵਿੱਚ ਹੀ ਪਾਠ ਅੰਮ੍ਰਿਤ ਵੇਲੇ ਤੜਕੇ ਹੀ 12 ਵਜਣ ਤੋਂ ਬਾਅਦ ਬਹਿ ਜਾਣਾ, ਦਿਨ ਚੜ੍ਹਦੇ ਤੀਕਰ ਉਹਨਾਂ ਨੇ ਸਾਰਾ ਕਾਰਜ ਕਰ ਲੈਣਾ। ਅਭਿਆਸ ਇੰਨਾ ਵੀ ਸੁਰਤ ਇੰਨੀ ਤੇਜ਼ ਵੀ ਸੁਰਤ ਦੇ ਨਾਲ ਹੀ ਸਾਰੀ ਗੁਰਬਾਣੀ ਜਿਹੜੀ ਪੜ੍ਹ ਲੈਣੀ 2 ਦਿਨਾਂ ਦੇ ਵਿੱਚ। ਤੇ ਐਸਾ ਜੀਵਨ ਬਣਿਆ। ਤਾਈਓ ਸਿਰ ਲੱਥੇ ਤੋਂ ਬਗੈਰ ਲੜਨਾ ਕੋਈ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਬਹੁਤ ਘੱਟ ਇਹੋ ਜਿਹੇ ਮਨੁੱਖ ਹੋਏ ਨੇ ਜਿਨ੍ਹਾਂ ਨੇ ਸਿਰ ਲੱਥੇ ਤੋਂ ਵੀ ਆਪਣੇ ਪ੍ਰਾਣ ਜਿਹੜੇ ਹਨ ਹਾਰੇ ਨਹੀਂ, ਕਿੰਨਾ ਚਿਰ ਲੜਦੇ ਰਹੇ। ਕੁਝ ਸਾਧ ਸੰਗਤ ਅਨ ਮਤ ਵਿੱਚ ਵੀ ਹੋਏ ਨੇ, ਇਹ ਨਹੀਂ ਵੀ ਸਿੱਖਾਂ 'ਚ, ਹੋਰ ਧਰਮ ਦੇ ਵਿੱਚ ਵੀ ਹੋਏ ਹਨ। ਰਾਜੇ ਖੜਗ ਸਿੰਘ ਦੀ ਕਥਾ ਲਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਉਹਨਾਂ ਨੇ ਲਿਖਿਆ ਵੀ ਉਹ ਵੀ ਆਪਣੇ ਸਿਰ ਲੱਥੇ ਤੇ ਕਿੰਨਾ ਚਿਰ ਲੜਦਾ ਰਿਹਾ ਯੋਧਾ। ਅੰਗਰੇਜ਼ਾਂ ਦੇ ਵਿੱਚ ਵੀ ਕੋਈ ਐਸਾ ਪੁਰਾਣੇ ਸਮਿਆਂ 'ਚ ਯੋਧਾ ਹੋਇਆ ਸਿਰ ਲੱਥੇ ਤੋਂ ਲੜਦਾ ਰਿਹਾ। ਰੂਹਾਂ ਹੁੰਦੀਆਂ ਨੇ ਐਸੀਆਂ। ਤੇ ਬਾਬਾ ਦੀਪ ਸਿੰਘ ਸਾਹਿਬ, ਬਾਬਾ ਨੋਦ ਸਿੰਘ, ਭਾਈ ਮਹਿਤ ਸਿੰਘ, ਇਹ 3 ਸੂਰਮੇ ਇਹ ਹੋਏ ਨੇ ਜਿਨ੍ਹਾਂ ਨੇ ਸਿਰ ਲੱਥੇ ਤੋਂ ਵੀ ਬਾਅਦ ਕਿੰਨਾ ਚਿਰੀ ਵੈਰੀਆਂ ਨੂੰ ਭਾਜੜਾਂ ਪਾਈ ਛੱਡੀਆਂ। ਸੋ ਕਹਿਣ ਤੋਂ ਭਾਵ ਹੈ ਵੀ ਜੀਵਨ 'ਚ ਕਮਾਈ ਕਰਨੀ ਪੈਂਦੀ ਹੈ। ਗੁਰੂ ਕਲਗੀਧਰ ਮਹਾਰਾਜ ਦੀਆਂ ਬਖਸ਼ਾਂ ਲਈਆਂ। ਜਦੋਂ ਹਜ਼ੂਰ ਸਾਹਿਬ 5 ਪਿਆਰੇ ਗੁਰਿਆਈ ਦੇਣ ਲੱਗਿਆਂ ਤਾਬਿਆਂ ਖੜੇ ਕੀਤੇ, ਉਹਨਾਂ 'ਚ ਵੀ ਬਾਬਾ ਦੀਪ ਸਿੰਘ ਸਾਹਿਬ ਸਨ। ਫਿਰ ਉੱਥੋਂ ਹੀ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਇਹ ਸੇਵਾ ਕਰਨੀ ਹੈ ਦਮਦਮੇ ਸਾਹਿਬ ਰਹਿ ਕੇ, ਇੱਥੋਂ ਹੀ ਸਿੱਖੀ ਦਾ ਪ੍ਰਚਾਰ ਕਰੋ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ, ਉਹਨਾਂ ਨਾਲ ਮੁਹਿੰਮਾਂ ਵਿੱਚ ਵੀ ਲੜਦੇ ਰਹੇ। ਪੂਰੀ ਜਵਾਨੀ ਦੀ ਅਵਸਥਾ ਸੀ, ਉਮਰ ਸੀ ਉਸ ਵੇਲੇ। ਤੇ ਸ਼ਹੀਦਾਂ ਵਾਲੀ ਮਿਸਲ ਕਿਉਂ ਕਿਹਾ ਜਾਂਦਾ ਰਿਹਾ ਬਾਬਾ ਦੀਪ ਸਿੰਘ ਦੀ ਮਿਸਲ ਨੂੰ? ਜਦੋਂ ਮਿਸਲਾਂ ਤਿਆਰ ਹੋਈਆਂ ਪਹਿਲਾਂ ਹੀ ਸ਼ਹੀਦਾਂ ਵਾਲੀ ਮਿਸਲ, ਕਿਉਂਕਿ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਸਾਧ ਸੰਗਤ ਸਰਹੰਦ ਫਤਿਹ ਕਰਨ ਤੋਂ ਬਾਅਦ ਖਾਲਸੇ ਨੇ ਦਿੱਤਾ ਸੀ। ਬਾਬਾ ਦੀਪ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਸਰਹੰਦ ਫਤਿਹ ਕਰਨ ਤੋਂ ਬਾਅਦ ਪੰਥ ਦੇ ਨਾਲ ਜੁੜੇ, ਉਹ ਜੰਗ ਕਰਦੇ ਆ, ਉਹਨਾਂ ਦਾ ਇੱਕ ਦੰਦ ਵੀ ਟੁੱਟਾ ਸੀ ਕਿਰਪਾਨ ਵੱਜਣ ਕਰਕੇ। ਤੇ ਉਦੋਂ ਕਥਾ ਕੀਰਤਨ ਦੇ ਪ੍ਰਵਾਹ ਐਸੇ ਚਲਾਏ, ਕਥਾ ਕਰਕੇ ਸੁਣਾਈ। ਬਾਬਾ ਬੰਦਾ ਸਿੰਘ ਜੀ ਬੜੇ ਖੁਸ਼ ਹੋਏ ਤੇ ਪੰਥ ਨਾਲ ਗੁਰਮਤਾ ਕੀਤਾ ਵੀ ਇਹ ਤਾਂ ਸ਼ਹੀਦ ਸਿੰਘ ਹੈ ਆਪਣਾ, ਵੀ ਦੀਪ ਸਿੰਘ ਤਾਂ ਜਿੰਦਾ ਹੀ ਸ਼ਹੀਦ ਹੈ। ਤੇ ਉਸ ਵੇਲੇ ਗੁਰਮਤਾ ਕਰਕੇ ਜਿੰਦਾ ਸ਼ਹੀਦ ਦਾ ਖਿਤਾਬ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਿੱਤਾ ਗਿਆ, ਜਿਸ ਕਰਕੇ ਜਿਹੜੀ ਇਹਨਾਂ ਦੇ ਨਾਮ ਤੇ ਮਿਸਲ ਬਣੀ, ਜਦੋਂ ਉਹਨੂੰ ਪਹਿਲਾਂ ਤੋਂ ਸ਼ਹੀਦਾਂ ਵਾਲੀ ਮਿਸਲ ਕਹਿਣ ਲੱਗ ਪਏ। ਸੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰਬਾਣੀ ਦੇ ਉਤਾਰੇ ਕੀਤੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ, 10ਮ ਗ੍ਰੰਥ ਦੇ ਉਤਾਰੇ ਕੀਤੇ। ਅਰਬੀ ਵਿੱਚ ਵੀ ਮਹਾਰਾਜ ਦਾ ਸਰੂਪ ਲਿਖ ਕੇ ਪ੍ਰਚਾਰ ਦੇ ਲਈ ਅਰਬ ਦੇਸ਼ ਦੇ ਵਿੱਚ ਭੇਜਿਆ। ਐਡੀ ਵੱਡੀ ਵਿਦਿਆ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਸੀ। ਜ਼ਫਰਨਾਮਾ ਜਿਹੜਾ ਮਹਾਰਾਜ ਨੇ ਸਾਧ ਸੰਗਤ ਅਰਬੀ ਫਾਰਸੀ 'ਚ ਜੋ ਲਿਖਿਆ, ਉਹਦਾ ਗੁਰਮੁਖੀ ਦਾ ਉਤਾਰਾ ਕਰਕੇ ਵੀ ਬਾਬਾ ਦੀਪ ਸਿੰਘ ਜੀ ਨੇ ਲਿਖਿਆ ਹੈ। ਜਦੋਂ ਸਤਿਗੁਰਾਂ ਲਿਖ ਕੇ ਭੇਜਿਆ ਸੀ ਨਾ ਔਰੰਗਜ਼ੇਬ ਨੂੰ, ਉਹ ਕਿਉਂਕਿ ਉਹ ਹੁਣ ਉਹੀ ਬੋਲੀ ਜਾਣਦਾ ਹੈ ਨਾ, ਅਰਬੀ ਦੀ ਸਮਝ ਹੈ ਉਹਨੂੰ, ਫਾਰਸੀ ਦੀ ਸਮਝ ਹੈ। ਤੇ ਮਹਾਰਾਜ ਸਾਹਿਬ ਨੇ ਜੋ ਚਿੱਠੀ ਲਿਖ ਕੇ ਭੇਜੀ, ਉਹ ਵੀ ਫਾਰਸੀ ਦੇ ਵਿੱਚ ਹੀ ਲਿਖ ਕੇ ਭੇਜੀ ਸਤਿਗੁਰਾਂ ਨੇ। ਬਾਅਦ ਵਿੱਚ ਉਸ ਦਾ ਉਲੱਥਾ ਗੁਰਮੁਖੀ ਦੇ ਵਿੱਚ ਜਿਹੜਾ ਕੀਤਾ ਨਾ, ਜਿਵੇਂ ਹੁਣ ਆਪਾਂ ਗੁਰਮੁਖੀ 'ਚ ਪੜ੍ਹਦੇ ਹਾਂ ਕਮਾਲੇ ਕਰਾਮਾਤ ਕਾਇਮ ਕਰੀਮ, ਇਹ ਜਿਹੜੇ ਗੁਰਮੁਖੀ ਦੇ ਅੱਖਰ ਲਿਖੇ ਨੇ, ਇਹਦਾ ਉਲੱਥਾ ਬਾਬਾ ਦੀਪ ਸਿੰਘ ਨੇ ਕਰਕੇ ਲਿਖਿਆ। ਉਹਨਾਂ ਨੇ ਉਹ ਕਮਾਈ ਕੀਤੀ ਵੀ ਸਾਰੇ ਹੁਣ ਪੰਥ ਦੇ ਵਿੱਚ ਇੰਨੀ ਤਾਂ ਪੜ੍ਹਾਈ ਕਿਸੇ ਦੀ ਹੈ ਨਹੀਂ ਹੈ ਵੀ ਉਹ ਫਾਰਸੀ ਪੜ੍ਹ ਲਿਆ ਕਰਨਗੇ। ਉਹਨਾਂ ਫਾਰਸੀ ਅੱਖਰਾਂ ਨੂੰ ਗੁਰਮੁਖੀ ਦਾ ਰੂਪ ਦੇ ਕਰਕੇ ਸਾਡੇ ਤਾਈਂ 10ਵੇਂ ਪਾਤਸ਼ਾਹ ਦੀ ਉਹ ਲਿਖਤ ਨੂੰ ਪਹੁੰਚਾਇਆ ਹੈ। ਸੋ ਇਸ ਤਰ੍ਹਾਂ ਬਹੁਤ ਬਾਬਾ ਦੀਪ ਸਿੰਘ ਨੇ ਕਮਾਈ ਕੀਤੀ। ਮਹਾਂਪੁਰਖਾਂ ਦਾ ਜੀਵਨ ਸਾਰਾ ਹੀ ਗੁਰੂ ਘਰ ਨੂੰ ਸਮਰਪਿਤ ਰਿਹਾ, ਜਿੱਥੋਂ ਪ੍ਰੇਰਣਾ ਮਿਲਦੀ ਹੈ। ਪਿਆਰਿਓ, ਗੁਰੂ ਘਰ ਗੁਰੂ ਸਾਹਿਬ ਭਲੇ ਵਾਸਤੇ ਜੀਵਨ ਜਦੋਂ ਆਪਾਂ ਲਾ ਦਿੰਦੇ ਹਾਂ, ਇੱਕ ਤਾਂ ਜੀਵਨ ਸਫਲ ਹੈ,
ਇੱਕ ਸਦਾ ਹੀ ਸਤਕਾਰੇ ਜਾਓਗੇ। ਮਹਾਰਾਜ ਦੇ ਅੱਗੇ ਬੇਨਤੀ ਕਰੀਏ, ਜੈਸੇ ਆਪਦੇ ਗੁਰਮੁਖ ਪਿਆਰੇ ਬਾਬਾ ਦੀਪ ਸਿੰਘ ਸਾਹਿਬ ਹੋਏ ਨੇ, ਮਹਾਰਾਜ ਉਹਨਾਂ ਦੇ ਜੀਵਨ ਤੋਂ ਸਾਨੂੰ ਵੀ ਕੋਈ ਕਿਣਕਾ ਮਿਲੇ, ਰਹਿਮਤ ਦਾ ਸਾਡੇ ਤੇ ਵੀ ਬਖਸ਼ਿਸ਼ ਹੋਵੇ, ਵੀ ਸਾਡਾ ਵੀ ਕੋਈ ਜੀਵਨ, ਕੋਈ ਆਚਰਣ ਚੰਗਾ ਬਣ ਜਾਵੇ, ਸਾਡਾ ਮਨ ਵੀ ਸੋਧਿਆ ਜਾਵੇ। ਇੱਕ ਦਿਨ ਬਾਬਾ ਦੀਪ ਸਿੰਘ ਜੀ ਬਾਟਾ ਸੋਧ ਰਹੇ ਸਨ, ਆਨੰਦਪੁਰ ਦੀ ਸਾਖੀ ਹੈ, ਤੇ ਨਾਲੇ ਬਰਤਨ ਸੋਧ ਰਹੇ ਨੇ, ਸਰਬਲੋਏ ਦਾ ਬਾਟਾ, ਤੇ ਨਾਲੇ ਫੇਰ ਵੇਖਦੇ ਹਨ, ਐਨ ਸਾਫ਼ ਹੋ ਗਿਆ। ਦਸਮ ਪਾਤਸ਼ਾਹ ਵੇਖ ਰਹੇ ਆ ਸਾਰੀ ਖੇਡ। ਗਰੀਬ ਨਵਾਜ਼ ਸਤਿਗੁਰੂ ਵੇਂਦੇ ਵੀ ਦੀਪ ਸਿੰਘ ਕੀ ਕਰਦਾ ਹੈ, ਬਾਟਾ ਮਾਂਜਦਾ ਹੈ, ਉਹਦੇ ਵਿੱਚ ਵੇਖ ਲੈਂਦਾ ਚਿਹਰਾ। ਤੇ ਮਹਾਰਾਜ ਨੇ ਪੁੱਛਿਆ, ਦੀਪ ਸਿੰਘ ਬਾਟਾ ਤਾਂ ਸਾਫ਼ ਹੋ ਗਿਆ, ਫਿਰ ਹਾਲਾਂ ਮਾਂਜਣੋਂ ਹਟਦਾ ਕਿਉਂ ਨਹੀਂ? ਕਹਿੰਦਾ ਮਹਾਰਾਜ ਸਾਫ਼ ਹੋਇਆ ਨਹੀਂ, ਮੈਂ ਬਾਟਾ ਮਾਂਜਦਾ ਤੇ ਮਾਂਜ ਕੇ ਵੇਖਦਾ ਤੇ ਇਹਦੇ ਵਿੱਚੋਂ ਮੈਨੂੰ ਆਪਣਾ ਚਿਹਰਾ ਦਿਖਦਾ ਹੈ। ਕਹਿੰਦੇ ਹੋਰ ਕੀ ਦਿਖਣਾ ਚਾਹੀਦਾ, ਸਾਫ਼ ਹੋਵੇ ਤਾਂ ਹੀ ਬਾਟੇ 'ਚੋਂ ਚਿਹਰਾ ਦਿਖਦਾ। ਕਹਿੰਦਾ ਨਹੀਂ ਮਹਾਰਾਜ, ਮੈਂ ਫਿਰ ਵਾਰ-ਵਾਰ ਤਾਂ ਮਾਂਜ ਰਿਹਾ ਵੀ ਅਜੇ ਮਾਂਜਿਆ ਨਹੀਂ ਗਿਆ। ਫਿਰ ਮਾਂਜਿਆ ਕਦੋਂ ਜਾਊ? ਜਦੋਂ ਮਹਾਰਾਜ ਇਹਦੇ ਵਿੱਚੋਂ ਮੈਨੂੰ ਤੁਹਾਡਾ ਚਿਹਰਾ ਦਿਖਣ ਲੱਗ ਪਿਆ, ਮੈਂ ਤਾਂ ਮਾਂਜਦਾ। ਭਾਵ ਇਹ ਸੀ ਵੀ ਮੇਰਾ ਹਿਰਦਾ ਜਿਹੜਾ ਹੈ ਨਾ, ਹਾਲਾਂ ਇਹ ਆਪਣਾ ਆਪ ਹੀ ਅਨੁਭਵ ਕਰਦਾ ਵੀ ਮੈਂ ਦੀਪ ਸਿੰਘ ਹੀ ਹਾਂ। ਜਿੱਦਣ ਮਹਾਰਾਜ ਹਿਰਦੇ 'ਚੋਂ ਤੁਹਾਡੇ ਦਰਸ਼ਨ ਹੋ ਗਏ, ਉਦਣ ਸਮਝੋ ਵੀ ਮੇਰਾ ਭਾਂਡਾ ਸੋਧਿਆ ਗਿਆ, ਮੇਰਾ ਹਿਰਦਾ ਬਾਟਾ ਮਾਂਜਿਆ ਗਿਆ। ਇਸ ਤਰ੍ਹਾਂ ਦਾ ਬਣਾਈਏ ਵੀ ਆਪਣਾ ਹੀ ਨਾ ਚਿਹਰਾ ਦਿਖਦਾ ਰਹੇ। ਸ਼ੀਸ਼ੇ ਅੱਗੇ ਖਲੋਨੇ ਐ, ਜਿੰਨਾ ਚਿਰ ਸਾਨੂੰ ਇਹੀ ਦਿਖਦਾ ਨਾ ਵੀ ਇਹ ਮੇਰਾ ਚਿਹਰਾ ਹੈ, ਉਹਨਾਂ ਚਿਰ ਸ਼ੁੱਧ ਨਹੀਂ ਹੋਇਆ ਹਿਰਦਾ। ਜਦੋਂ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਦਿਖਣ ਲੱਗ ਪਏ ਵੀ ਇਹ ਗੁਰਾਂ ਨੇ ਬਖਸ਼ਿਆ, ਇਹ ਕੇਸ ਗੁਰੂ ਗੋਬਿੰਦ ਸਿੰਘ ਸਾਹਿਬ ਤੇ, ਦਾੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਦਣ ਬਖਸ਼ਿਸ਼ ਹੋਣੀ ਹੈ। ਭਾਈ ਕਨ੍ਹਈਆ ਨੂੰ ਤਾਂ ਵੇਖੋ, ਮੁਸਲਮਾਨਾਂ ਦੇ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਿਖਦੇ ਸਨ। ਇਹ ਹਿਰਦਾ ਸ਼ੁੱਧ ਦੀਆਂ ਬਾਤਾਂ ਨੇ। ਸੋ ਇਸ ਤਰ੍ਹਾਂ ਦੇ ਜੀਵਨ ਗੁਰਮੁਖਾਂ ਦੇ ਰਹੇ ਹਨ। ਆਪ ਸਰਬੱਤ ਸਿੱਖ ਸੰਗਤਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ, ਜੋ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਟਕਸਾਲ ਦੇ ਪਹਿਲੇ ਜਥੇਦਾਰ ਅਖਵਾਏ ਹਨ, ਉਹਨਾਂ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਮਹਾਰਾਜ ਸਾਹਿਬ ਰਹਿਮਤ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ ਮਹਾਂਪੁਰਖਾਂ ਦੇ ਕੁਝ ਗੁਣ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਸਾਹਿਬ ਵੀ ਤੇ ਮਹਾਰਾਜ ਜੀ ਦੀ ਸੰਗਤ ਵੀ ਸਦਾ ਹੀ ਬਖਸ਼ਿੰਦ ਤੇ ਬਖਸ਼ਣਹਾਰ ਹੈ, ਬਖਸ਼ ਲੈਣਾ। ਆਪੀ ਕਰੀ ਤੈ ਆਪ ਕਰਈ, ਪੂਰੇ ਗੁਰ ਕੈ ਸ਼ਬਦ ਮਿਲਾਈ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।